श्री गुरु पद नभ कांत जे रुचर चंद्रिका मान कारत कोर मन अपनो कहो कथागत दान दोहरा श्री गुरु पद नभ कांत जे वाहिगुरु जी का खालसा वाहिगुरु जी की फतेह। पातत पावन भगत वछल किरपा दे खजाने अंतरजामी सतगुरु जुगो जुग अटल धन धन साहिब श्री गुरु ग्रंथ साहिब महाराज सच्चे पातशाह जी दी पावन पवित्र हजूरी में जुड़ बैठे सत्संगी प्रेमियों, ਵੱਡਿਆਂ ਭਾਗਾਂ ਦਾ ਸਦਕਾ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਸੰਧਿਆ ਦੇ ਸਜੇ ਹੋਏ ਦੀਵਾਨ ਵਿੱਚ ਜੁੜ ਬੈਠੇ ਹਾਂ। ਰੱਬੀ ਬਾਣੀ ਦੇ ਕੀਰਤਨ ਤਥਾ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਸਮਾਂ ਆਇਆ ਹੈ। ਆਓ ਬੜੇ ਪਿਆਰ ਦੇ ਨਾਲ ਜਾਹਰ ਪੀਰ ਜਗਤ ਗੁਰ ਬਾਬਾ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਦੀ ਚੱਲ ਰਹੀ ਲੜੀਵਾਰ ਕਥਾ ਵਿੱਚ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਬੈਠੀਏ, ਸਮੇਂ ਅਤੇ ਸਵਾਸਾਂ ਨੂੰ ਸਫਲਾ ਕਰੀਏ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਏ ਭੋਏ ਦੀ ਤਲਵੰਡੀ ਨਗਰ ਤੋਂ ਚੱਲ ਕੇ ਏਮਨਾਬਾਦ ਭਾਈ ਲਾਲੋ ਨੂੰ ਦੁਬਾਰਾ 5 ਦਿਨ ਫਿਰ ਦਰਸ਼ਨ ਦੇ ਕੇ ਜਗਤ ਜਲੰਦੇ ਨੂੰ ਤਾਰਨ ਹਿਤ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਦੇ ਸਹਿਤ ਵਿਚਰ ਰਹੇ ਹਨ। ਰਸਤੇ ਵਿੱਚ ਭਾਈ ਮਰਦਾਨਾ ਜੀ ਦੇ ਭੁੱਖ ਲੱਗਣ ਤੇ ਮਰਦਾਨੇ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਭੁੱਖ ਬਹੁਤ ਲੱਗੀ ਹੈ, ਕੁਝ ਖਾਣ ਨੂੰ ਦੇਵੋ, ਨਹੀਂ ਤਾਂ ਮੈਂ ਇੱਥੇ ਭੁੱਖਾ ਤਿਹਾਇਆ ਮਰ ਜਾਵਾਂਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਇਉਂ ਫਿਕਰ ਨਾ ਕਰ, ਤੈਨੂੰ ਅਸੀਂ ਮਰਨ ਨਹੀਂ ਦਿੰਦੇ। ਦੂਜੀ ਗੱਲ ਹੈ ਬਈ ਜੇ ਤੂੰ ਮਰ ਵੀ ਗਿਆ ਤੇ ਅਸੀਂ ਫਿਰ ਵੀ ਤੈਨੂੰ ਜਿਉਂਦਾ ਕਰ ਦਿਆਂਗੇ। ਮਹਾਰਾਜ ਸੱਚੇ ਪਾਤਸ਼ਾਹ ਭੁੱਖ ਬਹੁਤ ਲੱਗੀ ਹੈ, ਇੱਥੇ ਭੁੱਖਾ ਤਿਹਾਇਆ ਮਰ ਗਿਆ ਤੇ ਮਹਾਰਾਜ ਲੋਕਾਂ ਨੇ ਤਾਂ ਤੁਹਾਨੂੰ ਕਹਿਣਾ ਹੈ ਬਈ ਤਲਵੰਡੀ ਦੇ ਮਰਾਸੀ ਨੂੰ ਬੇਦੀਆਂ ਦਾ ਮੁੰਡਾ ਨਾਲ ਲੈ ਕੇ ਗਿਆ ਸੀ ਪਰ ਉੱਥੇ ਹੀ ਭੁੱਖਾ ਮਾਰ ਦਿੱਤਾ। ਸਤਿਗੁਰ ਸੱਚੇ ਪਾਤਸ਼ਾਹ ਮੁਸਕਰਾਏ। ਭਾਈ ਮਰਦਾਨੇ ਦੀਆਂ ਗੱਲਾਂ ਸੁਣ ਕੇ ਅੱਕ ਦੇ ਦਰਖਤ ਵੱਲ ਕਿਰਪਾ ਦ੍ਰਿਸ਼ਟੀ ਕੀਤੀ। ਸਤਿਗੁਰ ਸੱਚੇ ਪਾਤਸ਼ਾਹ ਨੇ ਅੱਕ ਦੇ ਬੂਟੇ ਵੱਲ ਤੇ ਸਾਧ ਸੰਗਤ ਜੀ ਹੁਕਮ ਕੀਤਾ, ਕਹਿੰਦੇ ਲੈ ਮਰਦਾਨਿਆਂ ਆ ਅੱਕ ਦੇ ਉੱਤੇ ਜਿਹੜੀਆਂ ਕੁਕੜੀਆਂ ਲੱਗੀਆਂ ਹੋਈਆਂ ਨਾ ਇਹਨਾਂ ਨੂੰ ਤੋੜ ਕੇ ਖਾ ਲੈ, ਪਰ ਵਚਨ ਇੱਕ ਮੰਨੀ ਵੀ ਜਿੰਨਾ ਤੂੰ ਰੱਜ ਕੇ ਖਾ ਸਕਦਾ ਪੇਟ ਭਰ ਕੇ ਖਾ ਲਈ, ਨਾਲ ਨਹੀਂ ਬੰਨਣਾ। ਕਹਿੰਦਾ ਮਹਾਰਾਜ ਇੱਕ ਤਾਂ ਮੈਂ ਭੁੱਖਾ ਤੇ ਦੂਜਾ ਉੱਤੋਂ ਤੁਸੀਂ ਮਜ਼ਾਕ ਕਰਦੇ ਹੋ, ਅੱਕ ਵੀ ਕੋਈ ਖਾਣ ਵਾਲੀ ਚੀਜ਼ ਹੈ, ਇਹ ਤਾਂ ਜ਼ਹਿਰੀਲਾ ਬੂਟਾ ਹੁੰਦਾ, ਜ਼ਹਿਰੀਲਾ ਪੌਦਾ ਹੁੰਦਾ, ਜੇ ਮੈਂ ਇਹਨੂੰ ਖਾਵਾਂਗਾ ਜ਼ਹਿਰ ਚੜ੍ਹ ਜਾਣਾ। ਮਹਾਰਾਜ ਭੁੱਖ ਨਾਲ ਤਾਂ ਮੈਂ ਹਲੇ ਥੋੜ੍ਹੀ ਦੇਰ ਰੁਕ ਕੇ ਮਰਨਾ ਹੈ ਤੇ ਇਹ ਤਾਂ ਮੈਂ ਜਲਦੀ ਮਰ ਜਾਵਾਂਗਾ। ਸਤਿਗੁਰੂ ਕਹਿੰਦੇ ਮਰਦਾਨਿਆਂ ਸਤ ਬਚਨ ਕਹਿ, ਸਤ ਕਰਤਾਰ ਕਹਿ ਕੇ ਭਾਈ ਮਰਦਾਨੇ ਨੇ ਅੱਕ ਦੀਆਂ ਕੁਕੜੀਆਂ ਨੂੰ ਤੋੜਿਆ, ਮੂੰਹ ਵਿੱਚ ਪਾਇਆ, ਖਾਧਾ ਤੇ ਅੰਮ੍ਰਿਤ ਵਰਗਾ ਮਿੱਠਾ ਸਵਾਦ ਆਇਆ। ਬੜੇ ਚਾਅ ਦੇ ਨਾਲ ਪਿਆਰ ਦੇ ਨਾਲ ਭਾਈ ਮਰਦਾਨਾ ਛਕਦਾ ਜਾ ਰਿਹਾ, ਪੇਟ ਭਰ ਕੇ ਛਕ ਲਿਆ ਤੇ ਸਤਿਗੁਰੂ ਜੀ ਤੋਂ ਅੱਖ ਬਚਾ ਕੇ ਨਾ ਚੋਰੀ ਦੂਜੇ ਦਿਨ ਵਾਸਤੇ ਵੀ ਪ੍ਰਬੰਧ ਕਰ ਲਿਆ। ਭਾਈ ਮਰਦਾਨੇ ਨੇ ਕੁਝ ਅੱਕਾਂ ਦੀਆਂ ਕੁਕੜੀਆਂ ਤੋੜ ਕੇ ਨਾਲ ਲੈ ਲਈਆਂ, ਬੰਨ੍ਹ ਲਈਆਂ ਪੱਲੇ ਨਾਲ। ਦੂਜਾ ਦਿਨ ਚੜ੍ਹਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਭਾਈ ਬਾਲਾ ਮਰਦਾਨਾ ਸਹਿਤ ਅੱਗੇ ਜਾ ਰਹੇ ਆ। ਭਾਈ ਮਰਦਾਨੇ ਨੇ ਪਿੱਛੇ ਤੁਰੇ ਆਉਂਦੇ ਨੇ ਜਦੋਂ ਭੁੱਖ ਲੱਗੀ ਨਾ ਉਹੀ ਅੱਕ ਦੀ ਕੁਕੜੀ ਕੱਢ ਕੇ ਵੀ ਕੱਲ੍ਹ ਵੀ ਮਿੱਠੀਆਂ ਸੀ, ਜਿਸ ਵੇਲੇ ਖਾਧੀ ਉਹ ਇੰਨਾ ਜ਼ਹਿਰੀਲਾ ਇੰਨਾ ਕੌੜਾ, ਭਾਈ ਮਰਦਾਨਾ ਤੋਂ ਲੇਟਣ ਲੱਗ ਪਿਆ ਧਰਤੀ ਦੇ ਉੱਤੇ, ਪੇਟ ਦਰਦ ਕਰਨ ਲੱਗ ਪਿਆ, ਹੱਥਾਂ ਪੈਰਾਂ ਨੂੰ ਸਾਧ ਸੰਗਤ ਜੀ ਬੜਾ ਚਲਾ ਕੇ ਮਾਰਦਾ। ਗੁਰੂ ਮਹਾਰਾਜ ਨੇ ਜਦੋਂ ਦੇਖਿਆ ਵੀ ਮਰਦਾਨੇ ਨੇ ਗਲਤੀ ਕਰ ਲਈ ਆ, ਬਚਨ ਨਹੀਂ ਮੰਨਿਆ, ਤੇ ਉਸ ਵੇਲੇ ਹੱਸ ਕੇ ਕਹਿੰਦੇ ਮਰਦਾਨਿਆਂ ਤੈਨੂੰ ਕਿਹਾ ਸੀ ਨਾ ਵੀ ਜਿੰਨਾ ਕੁ ਖਾਣਾ ਇੱਥੇ ਖਾ ਲੈ, ਨਾਲ ਨਾ ਬੰਨੀ, ਤੂੰ ਮੇਰੇ ਤੋਂ ਚੋਰੀ ਕੀਤੀ ਆ ਖਾਣ ਪੀਣ ਦੀ।
ਤੇ ਉਹਦੇ ਕਰਕੇ ਤੈਨੂੰ ਆ ਦੁੱਖ ਮਿਲ ਰਿਹਾ। ਕਹਿੰਦਾ ਮਹਾਰਾਜ ਬਚਾਓ, ਮੈਂ ਤਾਂ ਗਲਤੀ ਕਰ ਬੈਠਾ, ਤੁਹਾਡੀ ਮਹਿਮਾ ਨੂੰ ਜਾਣਿਆ ਨਹੀਂ। ਤੋ ਸਤਿਗੁਰ ਸੱਚੇ ਪਾਤਸ਼ਾਹ ਨੇ ਉੱਥੇ ਨੇੜੇ ਇੱਕ ਅੱਕ ਦਾ ਬੂਟਾ ਹੋਰ ਖੜਾ ਸੀ, ਉਹਦੇ ਤੋਂ ਕੁਝ ਅੱਕਾਂ ਦੀਆਂ ਕੁਕੜੀਆਂ ਤੋੜ ਕੇ ਭਾਈ ਮਰਦਾਨੇ ਦੇ ਹੱਥ ਫੜਾਈਆਂ। ਕਹਿਣ ਲੱਗੇ ਕਿ ਲੈ ਮਰਦਾਨਿਆ, ਇਹ ਅੱਕ ਦੀਆਂ ਕੁਕੜੀਆਂ ਜਿਹੜੀਆਂ ਇਹ ਖਾ ਲੈ। ਅੱਕ ਦੀਆਂ ਕੁਕੜੀਆਂ ਖਾਣ ਕਰਕੇ ਤੇਰੇ ਤਨ ਦੇ ਵਿੱਚ ਦਰਦ ਸ਼ੁਰੂ ਹੋਇਆ, ਤੇ ਇਹਨਾਂ ਅੱਕ ਦੀਆਂ ਕੁਕੜੀਆਂ ਨਾਲ ਹੀ ਠੀਕ ਹੋਏਗਾ। ਜਦੋਂ ਉਹ ਖਾਧੀਆਂ ਜਿਹੜੀਆਂ ਸਤਿਗੁਰੂ ਨੇ ਦਿੱਤੀਆਂ ਸੀ, ਉਹ ਫੇਰ ਮਿੱਠੀਆਂ। ਭਾਈ ਮਰਦਾਨੇ ਨੇ ਰੱਜ ਕੇ ਵੀ ਖਾ ਲਈਆਂ, ਤੇ ਪੇਟ ਦਾ ਜਿਹੜਾ ਦਰਦ ਸੀ ਉਹ ਵੀ ਦੂਰ ਹੋ ਗਿਆ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਚੱਲਦੇ ਚੱਲਦੇ ਅੱਗੇ ਸਾਧ ਸੰਗਤ ਜੀ ਕਾਮਰੂ ਦੇਸ਼ ਦੇ ਵਿੱਚ ਪਹੁੰਚ ਗਏ। ਕਾਮਰੂਪ ਸ਼ਹਿਰ ਦੇ ਜਦੋਂ ਇੱਥੇ ਇਹ ਦੇਸ਼ ਇਲਾਕੇ ਦੇ ਵਿੱਚ ਪਹੁੰਚੇ, ਭਾਈ ਮਰਦਾਨੇ ਨੂੰ ਫਿਰ ਭੁੱਖ ਲੱਗ ਗਈ। ਕਹਿੰਦਾ ਮਹਾਰਾਜ ਸੱਚ ਕਹਿਣਾ, ਭੁੱਖ ਫੇਰ ਲੱਗ ਗਈ ਹੈ, ਤੇ ਆਹ ਇਲਾਕਾ ਹੀ ਬੜਾ ਸੋਹਣਾ ਹੈ। ਇੱਥੋਂ ਦੇ ਲੋਕਾਂ ਨੂੰ ਮੈਂ ਦੇਖਿਆ, ਇਹਨਾਂ ਦੇ ਪਹਿਰਾਵੇ ਵੀ ਤੌਰ ਤਰੀਕੇ ਜੇ ਵੱਖਰੇ ਹੀ ਹੈ, ਬੜੇ ਬਣ ਠਣ ਕੇ ਰਹਿੰਦੇ ਆ। ਤੇ ਮਹਾਰਾਜ ਕਿਰਪਾ ਕਰੋ, ਮੈਂ ਨਾਲੇ ਤਾਂ ਸ਼ਹਿਰ ਘੁੰਮਾਵਾਂ, ਤੇ ਨਾਲੇ ਉੱਥੋਂ ਜੋ ਮੈਨੂੰ ਕੁਝ ਖਾਣ ਪੀਣ ਨੂੰ ਮਿਲੇਗਾ ਮੈਂ ਖਾ ਪੀ ਕੇ ਆ ਜਾਵਾਂਗਾ। ਸਤਿਗੁਰੂ ਕਹਿੰਦੇ ਮਰਦਾਨਿਆ, ਤੇਰਾ ਇਹ ਸ਼ਹਿਰ ਦੇ ਵਿੱਚ ਜਾਣਾ ਠੀਕ ਨਹੀਂ, ਯੋਗ ਨਹੀਂ, ਤੇਰੇ ਵਾਸਤੇ ਦੁਖਦਾਈ ਹੋਵੇਗਾ। ਕਹਿੰਦਾ ਮਹਾਰਾਜ ਐਵੇਂ ਡਰਾਉਂਦੇ ਹੋ ਮੈਨੂੰ, ਇੱਕ ਤਾਂ ਮੈਂ ਭੁੱਖਾਂ ਤੇ ਇੱਕ ਉੱਤੋਂ ਡਰਾਈ ਜਾਂਦੇ ਹੋ। ਆਪ ਜੀ ਕਿਰਪਾ ਕਰ ਦਿਓ, ਤੁਹਾਨੂੰ ਤਾਂ ਭੁੱਖ ਲੱਗਦੀ ਨਹੀਂ, ਭਾਈ ਬਾਲੇ ਉੱਤੇ ਤੁਸੀਂ ਕਿਰਪਾ ਕਰਕੇ ਸਬਰ ਸੰਤੋਖ ਇੰਨਾ ਬਖਸ਼ ਦਿੱਤਾ ਹੈ, ਤੇ ਮਹਾਰਾਜ ਮੈਨੂੰ ਤਾਂ ਭੁੱਖ ਲੱਗਦੀ ਹੈ ਨਾ, ਦੁਨਿਆਵੀ ਜੀਵ ਹਾਂ, ਆਪ ਜੀ ਕਿਰਪਾ ਕਰੋ। ਸਤਿਗੁਰੂ ਕਹਿੰਦੇ ਚੰਗਾ ਮਰਦਾਨਿਆ, ਫਿਰ ਜੇ ਤੇਰੀ ਇਹੀ ਮਰਜ਼ੀ ਹੈ, ਕਹਿੰਦੇ ਜਾ ਦੇਖਿਆ ਸ਼ਹਿਰ ਜਾ ਕੇ ਤੂੰ, ਕਿਤੇ ਤੇਰੀ ਇੱਛਾ ਨਾ ਮਨ ਦੇ ਵਿੱਚ ਰਹਿ ਜਾਏ, ਤੇ ਜਾ ਕੇ ਕਹਿੰਦੇ ਤੂੰ ਵੀ ਉੱਥੇ ਜੋ ਤੈਨੂੰ ਖਾਣ ਪੀਣ ਨੂੰ ਮਿਲਦਾ ਖਾ ਆ। ਸਤਿਗੁਰੂ ਸੱਚੇ ਪਾਤਸ਼ਾਹ ਤੋਂ ਐਉਂ ਮਰਦਾਨਾ ਬਚਨ ਸੁਣ ਕੇ ਨਾਲ ਦੀ ਨਾਲ ਹੀ ਚੱਲ ਪਿਆ। ਸਤਿਗੁਰੂ ਜੀ ਰੋਕ ਰਹੇ ਸਨ ਪਰ ਸਮਝਿਆ ਨਾ। ਜਿਸ ਵੇਲੇ ਸਾਧ ਸੰਗਤ ਜੀ ਭਾਈ ਮਰਦਾਨਾ ਗਿਆ, ਤੇ ਇਹ ਜਿਹੜਾ ਇਲਾਕਾ ਸੀ ਨਾ, ਇਸ ਇਲਾਕੇ ਦੇ ਲੋਕ ਜੰਤਰ ਮੰਤਰ ਤੰਤਰ ਬੜੇ ਮਾਹਰ ਸਨ ਇਹਨਾਂ ਦੇ ਵਿੱਚ। ਕੱਲ੍ਹ ਵੀ ਦੱਸਿਆ ਸੀ ਵੀ ਜੰਤਰ ਜਿਹੜਾ ਹੁੰਦਾ ਉਹ ਕਾਗਜ਼ ਦੇ ਉੱਤੇ ਲਿਖਿਆ ਜਾਂਦਾ, ਮੰਤਰ ਮੂੰਹ ਦੇ ਨਾਲ ਉਚਾਰਿਆ ਜਾਂਦਾ, ਤੇ ਤੰਤਰ ਜਿਹੜਾ ਉਹ ਧਾਗੇ ਦੇ ਉੱਤੇ ਜਿਹੜਾ ਮੰਤਰ ਪੜ੍ਹ ਕੇ ਉਹਨੂੰ ਮੰਤਰਿਆ ਜਾਵੇ, ਕਿਸੇ ਨੂੰ ਕੀਲ ਲੈਣ ਵਾਸਤੇ ਵਸ ਕਰਨ ਵਾਸਤੇ ਹੋਵੇ, ਉਹਨੂੰ ਤੰਤਰ ਕਿਹਾ ਜਾਂਦਾ। ਜਿਉਂ ਭਾਈ ਮਰਦਾਨਾ ਸਾਧ ਸੰਗਤ ਜੀ ਨਗਰ ਵਿੱਚ ਪਹੁੰਚਿਆ, ਇਹ ਨਗਰ ਦੀਆਂ ਇਸਤਰੀਆਂ ਬੜੇ ਮਾੜੇ ਚਰਿੱਤਰ ਵਾਲੀਆਂ ਸਨ। ਆਪਣੇ ਪਤੀਆਂ ਨੂੰ ਵਸ ਵਿੱਚ ਕਰਕੇ ਰੱਖਣਾ, ਸ਼ਹਿਰ ਦੇ ਵਿੱਚ ਕੋਈ ਪਰਦੇਸੀ ਪੁਰਸ਼ ਆਉਣਾ, ਉਹਨੂੰ ਆਪਣੇ ਵਸ ਦੇ ਵਿੱਚ ਕਰਨਾ, ਤੇ ਇਹਨਾਂ ਨੇ ਵਿਸ਼ੇ ਭੋਗਣੇ। ਜਦੋਂ ਭਾਈ ਮਰਦਾਨਾ ਸ਼ਹਿਰ ਦੇ ਐਨ ਵਿਚਕਾਰ ਚਲਾ ਗਿਆ, 4 ਇਸਤਰੀਆਂ ਉੱਥੇ ਬੈਠੀਆਂ ਸਨ। ਬੜੇ ਸੁੰਦਰ ਇਹਨਾਂ ਨੇ ਸ਼ਿੰਗਾਰ ਕੀਤੇ ਹੋਏ, ਵਾਲ ਗੁੰਦੇ ਹੋਏ, ਸੋਹਣੇ ਗਹਿਣੇ ਪਾਏ ਹੋਏ, ਜਿਨ੍ਹਾਂ ਦੇ ਰੂਪ ਨੂੰ ਦੇਖ ਕੇ ਵੱਡੇ ਵੱਡੇ ਰਿਖੀਆਂ ਮੁਨੀਆਂ ਦਾ ਸਰ ਡੋਲ ਜਾਵੇ। ਭਾਈ ਮਰਦਾਨਾ ਜਦੋਂ ਉੱਥੇ ਗਿਆ, ਤੇ ਸਾਧ ਸੰਗਤ ਜੀ ਮਰਦਾਨੇ ਨੂੰ ਆਉਂਦਿਆਂ ਦੇਖ ਕੇ ਨਾ, ਇੱਕ ਇਸਤਰੀ ਉੱਠੀ, ਕਹਿੰਦੀ ਬਈ ਆਹ ਤਾਂ ਮੇਰਾ ਸ਼ਿਕਾਰ ਆ ਗਿਆ। ਦੂਜੀ ਕਹਿੰਦੀ ਮੇਰਾ। ਤੀਜੀ ਕਹਿੰਦੀ ਨਹੀਂ, ਤੁਹਾਡੇ ਦੋਵਾਂ ਤੋਂ ਪਹਿਲਾਂ ਮੈਂ ਦੇਖਿਆ। ਚੌਥੀ ਨੇ ਕੀ ਕੀਤਾ, ਨੇੜੇ ਆਈ, ਮੰਤਰ ਜਾ ਪੜ੍ਹ ਕੇ ਤੇ ਭਾਈ ਮਰਦਾਨੇ ਦੇ ਗਲ ਦੇ ਵਿੱਚ ਧਾਗਾ ਠੋਕਤਾ। ਜਦੋਂ ਧਾਗਾ ਪਾਇਆ ਭਾਈ ਮਰਦਾਨੇ ਦੇ ਗਲ ਦੇ ਵਿੱਚ, ਤੇ ਭਾਈ ਮਰਦਾਨਾ ਨਾਲ ਦੀ ਨਾਲ ਭੇਡੂ ਬਣ ਗਿਆ। ਇਹਨੇ ਉੱਥੇ ਕਿਲੇ ਦੇ ਨਾਲ ਬੰਨ੍ਹ ਲਿਆ। ਹੁਣ ਬੜਾ ਪਛਤਾਉਂਦਾ ਬਈ ਆਇਆ ਤੇ ਕੁਝ ਛਕਣ ਛਕਾਉਣ ਸੀ। ਗੁਰੂ ਬਾਬਾ ਜੀ ਦੇ ਬਚਨ ਵੀ ਚੇਤੇ ਆਉਂਦੇ, ਮੈਨੂੰ ਰੋਕਦੇ ਸਨ, ਮੈਂ ਰੁਕਿਆ ਨਹੀਂ। ਤੋ ਸਾਧ ਸੰਗਤ ਜੀ ਜਿਸ ਵੇਲੇ ਬੜਾ ਪਛਤਾਉਂਦਾ ਮਨ ਦੇ ਵਿੱਚ, ਹੁਣ ਹੱਥ ਤਾਂ ਨਹੀਂ ਹੈ, ਚਾਰੇ ਪੈਰ ਹੀ ਬਣ ਗਏ ਆ, ਬੰਨਿਆ ਖੜਾ, ਮੁਖੋਂ ਮਨੁੱਖਾਂ ਵਾਲੀ ਆਵਾਜ਼ ਨਹੀਂ ਨਿਕਲ ਰਹੀ, ਕਿਹਨੂੰ ਪੁਕਾਰ ਕੇ ਕਹੇ, ਕਿਵੇਂ ਸੁਨੇਹਾ ਭੇਜੇ। ਮਨ ਹੀ ਮਨ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਉਧਰ ਸਤਿਗੁਰੂ ਦੇ ਚਰਨਾਂ ਵਿੱਚ ਭਾਈ ਮਰਦਾਨੇ ਦੇ ਪ੍ਰੇਮ ਦੀ ਤਾਰ ਖੜ ਕੇ ਕਹਿੰਦੇ ਚੱਲ ਬਾਲਿਆ, ਭਾਈ ਮਰਦਾਨੇ ਨੂੰ ਲੈ ਕੇ ਆਈਏ। ਮਹਾਰਾਜ ਕਿੱਥੋਂ ਲੈ ਕੇ ਆਉਣਾ? ਕਹਿੰਦੇ ਆ ਸ਼ਹਿਰ ਦੇ ਵਿੱਚ ਜਾਦੂਗਰਨੀਆਂ ਨੇ, ਇਸਤਰੀਆਂ ਨੇ ਉਹਨੂੰ ਭੇਡੂ ਬਣਾ ਕੇ ਬੰਨ੍ਹ ਕੇ ਰੱਖਿਆ ਹੋਇਆ। ਤੇ ਭਾਈ ਵਾਲਾ ਜੀ ਕਹਿਣ ਲੱਗੇ, ਕਹਿੰਦੇ ਮੈਂ ਉਸ ਵੇਲੇ ਆਖਿਆ ਮਹਾਰਾਜ ਭਾਈ ਮਰਦਾਨੇ ਨਾਲ ਐਵੇਂ ਹੀ ਹੋਣੀ ਚਾਹੀਦੀ ਸੀ, ਤੁਹਾਡਾ ਵਚਨ ਨਹੀਂ ਮੰਨਿਆ। ਮਹਾਰਾਜ ਉਹਨੂੰ ਥੋੜ੍ਹਾ ਜਿਹਾ ਦੁੱਖ ਆ ਲੈਣ ਦਿਓ,
ਤਾਂ ਕਿ ਉਹਨੂੰ ਪਤਾ ਲੱਗੇ ਵੀ ਗੁਰੂ ਦੇ ਵਚਨ ਤੋਂ ਬੇਮੁਖ ਕਿਵੇਂ ਹੋਈਦਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ ਬਾਲਿਆ, ਉਹ ਸਾਡਾ ਸਾਥੀ ਹੈ, ਬੜਾ ਭੋਲੇ ਭਾਲੇ ਸੁਭਾਅ ਵਾਲਾ ਹੈ, ਭੁੱਖ ਉਹਨੂੰ ਬਹੁਤੀ ਲੱਗਦੀ ਆ, ਤੇ ਬਾਕੀ ਉਹ ਤਾਂ ਬਹਾਨਾ ਹੀ ਹੈ। ਭਾਈ ਮਰਦਾਨਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਉੱਥੋਂ ਤੱਕ ਲੈ ਕੇ ਜਾਣ ਵਾਲਾ, ਸਤਿਗੁਰੂ ਤਾਂ ਉਧਾਰ ਕਰਨ ਹੀ ਜਾਂਦੇ ਆ, ਇਹਦੇ ਵਿੱਚ ਕਾਰਨ ਭਾਈ ਮਰਦਾਨਾ ਜੀ ਬਣਦੇ ਰਹੇ ਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਨਾਲ ਲੈ ਕੇ ਆਏ ਆ, ਸਾਡਾ ਸਾਥੀ ਹੈ ਤੇ ਸਾਨੂੰ ਉਹਦੀ ਲੱਜਿਆ। ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਪਹੁੰਚੇ, ਸਤਿਗੁਰੂ ਨੂੰ ਤੇ ਭਾਈ ਵਾਲੇ ਨੂੰ ਆਉਂਦਿਆਂ ਦੇਖ ਕੇ ਇਹ ਇਸਤਰੀਆਂ ਖੁਸ਼ ਹੋ ਗਈਆਂ ਵੀ ਦੋ ਸ਼ਿਕਾਰ ਹੋਰ ਆ ਗਏ। ਜਿਉਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਤੇ ਭਾਈ ਵਾਲਾ ਜੀ ਨੇੜੇ ਪਹੁੰਚੇ, ਇਹਨਾਂ ਵਿੱਚੋਂ ਇੱਕ ਇਸਤਰੀ ਉੱਠੀ ਤੇ ਉਹਨੇ ਧਾਗੇ ਦੇ ਉੱਤੇ ਮੰਤਰ ਜਾ ਪੜ੍ਹ ਕੇ ਨਾ ਭਾਈ ਬਾਲੇ ਦੇ ਗਲ ਵਿੱਚ ਪਾਉਣ ਲੱਗੀ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਉਸ ਇਸਤਰੀ ਵੱਲ ਦੇਖਿਆ ਤੇ ਸਾਧ ਸੰਗਤ ਜੀ ਉਸੇ ਵੇਲੇ ਉਹ ਭੇਡ ਬਣ ਗਈ। ਦੂਜੀ ਇਸਤਰੀ ਸਤਿਗੁਰੂ ਸੱਚੇ ਪਾਤਸ਼ਾਹ ਵੱਲ ਵਧੀ ਗਲ ਵਿੱਚ ਧਾਗਾ ਜਿਹਾ ਪਾਉਣ ਵਾਸਤੇ, ਤੇ ਸਤਿਗੁਰੂ ਦੀ ਜਦੋਂ ਇਹਦੇ ਉੱਤੇ ਨਜ਼ਰ ਪਈ, ਹੁਣ ਸਤਿਗੁਰੂ ਨੂੰ ਵਸ ਦੇ ਵਿੱਚ ਧਾਗਿਆਂ ਤਵੀਤਾਂ ਦੇ ਨਾਲ ਥੋੜ੍ਹੀ ਕੀਤਾ ਜਾ ਸਕਦਾ। ਜਦੋਂ ਮਾੜੀ ਇੱਛਾ ਧਾਰ ਕੇ ਇਹ ਬੀਬੀ ਸਤਿਗੁਰੂ ਨਾਨਕ ਦੇਵ ਜੀ ਵੱਲ ਵਧੀ ਤੇ ਉਹ ਸਾਧ ਸੰਗਤ ਜੀ ਉਸੇ ਵੇਲੇ ਉਹਦਾ ਸਰੀਰ ਕੁੱਤੀ ਦਾ ਬਣ ਗਿਆ। ਬਾਕੀ ਦੀਆਂ ਜਿਹੜੀਆਂ ਅਸੀਂ ਡਰਦੀਆਂ ਮਾਰੀਆਂ ਘਰਾਂ ਨੂੰ ਭੱਜ ਗਈਆਂ, ਜਾ ਕੇ ਉਹਨਾਂ ਦੇ ਘਰੀਂ ਦੱਸ ਦਿੱਤਾ। ਇੱਧਰ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਵਾਲਿਆ ਜਾ ਕੇ ਉਹ ਭੇਡੂ ਦੇ ਮਰਦਾਨਾ ਜਿਹੜਾ ਭੇਡੂ ਬਣਿਆ ਹੋਇਆ ਨਾ, ਉਹਦੇ ਗਲ ਦੇ ਵਿੱਚੋਂ ਧਾਗਾ ਜਿਹਾ ਤੋੜ ਕੇ ਪਰੇ ਸੁੱਟ ਦੇ। ਸਤ ਬਚਨ ਕਹਿ ਕੇ ਭਾਈ ਵਾਲੇ ਨੇ ਧਾਗਾ ਤੋੜ ਕੇ ਪਰੇ ਸੁੱਟਿਆ ਤੇ ਭਾਈ ਮਰਦਾਨਾ ਫਿਰ ਪਹਿਲਾਂ ਵਾਲੇ ਮਨੁੱਖੀ ਸਰੀਰ ਵਿੱਚ ਹੀ ਆ ਗਿਆ। ਆ ਕੇ ਮਹਾਰਾਜ ਦੇ ਚਰਨਾਂ ਦੇ ਉੱਤੇ ਲਿਟਦਾ, ਮੱਥੇ ਟੇਕਦਾ, ਗਲਤੀ ਮੰਨਦਾ ਤੇ ਨਾਲੇ ਕਹਿੰਦਾ ਮਹਾਰਾਜ ਤਲਵੰਡੀ ਤੋਂ ਇਹ ਕਹਿ ਕੇ ਤੁਸੀਂ ਲੈ ਕੇ ਆਏ ਸੀ ਵੀ ਚੱਲ ਮਰਦਾਨਿਆਂ ਤੈਨੂੰ ਦੇਸ਼ਾਂ ਵਿਦੇਸ਼ਾਂ ਦੀ ਸੈਰ ਕਰਾ ਕੇ ਲਿਆਉਂਦੇ ਆ, ਤੇ ਮਹਾਰਾਜ ਆਹ ਸੈਰ ਕਰਾਉਣ ਵਾਸਤੇ ਲਿਆਂਦਾ ਸੀ, ਕਿੱਥੇ ਆ ਚੁੜੇਲਾਂ ਦੇ ਵਿੱਚ ਮੈਨੂੰ ਲਿਆ ਫਸਾਇਆ, ਆ ਪਤਾ ਨਹੀਂ ਕਿਹੋ ਜਿਹੀਆਂ ਬਲਾਵਾਂ ਦੇ ਵਿੱਚ ਆ ਕੇ ਮੈਂ ਫਸ ਗਿਆ, ਮਹਾਰਾਜ ਭੇਡੂ ਬਣਾ ਲਿਆ ਸੀ ਮੈਨੂੰ ਤਾਂ। ਸਤਿਗੁਰੂ ਸੱਚੇ ਪਾਤਸ਼ਾਹ ਮੁਸਕਰਾਏ, ਕਹਿੰਦੇ ਮਰਦਾਨਿਆਂ ਫਿਕਰ ਨਾ ਕਰ, ਅਸੀਂ ਤੇਰੇ ਸਦਾ ਹੀ ਅੰਗ ਸੰਗ ਹੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਉੱਥੋਂ ਮੁੜਨ ਲੱਗੇ, ਇੰਨੇ ਨੂੰ ਉਹ ਇਸਤਰੀਆਂ ਜਿਹੜੀ ਇੱਕ ਕੁੱਤੀ ਬਣ ਗਈ ਸੀ ਤੇ ਇੱਕ ਭੇਡ ਬਣ ਗਈ ਸੀ, ਉਹਨਾਂ ਦੇ ਪਤੀ ਆ ਗਏ। ਆਪਣੇ ਪਤੀਆਂ ਨੂੰ ਦੇਖ ਕੇ ਇਹ ਉਹਨਾਂ ਦੇ ਨੇੜੇ ਜਾ ਕੇ ਫਰਕਾਟੇ ਜੇ ਮਾਰਦੀ ਹੈ। ਜਿਹੜੀ ਭੇਡ ਬਣੀ ਹੋਈ ਹੈ, ਜਿਹੜੀ ਕੁੱਤੀ ਬਣੀ ਹੋਈ ਹੈ, ਉਹ ਵੀ ਚੂੰ ਚੂੰ ਕਰਦੀ, ਪੂਛ ਜੀ ਹਿਲਾਉਂਦੀ, ਇਸ਼ਾਰੇ ਕਰਦੀ ਹੈ ਵੀ ਇਹਨਾਂ ਨੇ ਸਾਡਾ ਆਹ ਹਾਲ ਕੀਤਾ। ਜਦੋਂ ਇਹਨਾਂ ਦੇ ਪਤੀਆਂ ਨੇ ਦੇਖਿਆ ਵੀ ਇਹ ਮਾੜੇ ਜੀਵਨ ਵਾਲੀਆਂ ਹੈ ਤੇ ਕੋਈ ਸਾਧੂ ਮਹਾਤਮਾ ਆਏ ਹੈ, ਤੇ ਅੱਜ ਇਹਨਾਂ ਨੇ ਬੜੇ ਗਲਤ ਜਗ੍ਹਾ ਦੇ ਉੱਤੇ ਪੰਗਾ ਲੈ ਲਿਆ, ਗਿੱਝੀਆਂ ਹੋਈਆਂ ਨੇ, ਤੇ ਉਸ ਵੇਲੇ ਸੋਚਦੇ ਆ ਵੀ ਇਹ ਤਾਂ ਕੋਈ ਪੂਰਨ ਸੰਤ ਹੈ, ਮਹਾਤਮਾ ਹਨ, ਮਤਾ ਐਸਾ ਨਾ ਹੋਵੇ ਕਿ ਇਹ ਇਸੇ ਤਰ੍ਹਾਂ ਇੱਥੇ ਚਲੇ ਜਾਣ ਤੇ ਸਾਡੀਆਂ ਘਰ ਵਾਲੀਆਂ ਕੁੱਤੀ ਤੇ ਇੱਕ ਭੇਡ ਐਵੇਂ ਬਣੀ ਰਹੇ। ਮਾਫੀ ਮੰਗ ਲੈਣੀ ਚਾਹੀਦੀ ਆ। ਭੱਜ ਕੇ ਆ ਕੇ ਭਾਈ ਬਾਲੇ ਦੇ ਚਰਨਾਂ ਵਿੱਚ ਪੈ ਗਏ, ਕਹਿੰਦੇ ਬਖਸ਼ੋ ਸੰਤ ਜੀ। ਭਾਈ ਬਾਲਾ ਜੀ ਕਹਿੰਦੇ ਬਖਸ਼ਣ ਵਾਲੇ ਤਾਂ ਉੱਧਰ ਖੜੇ ਆ, ਉਹਨਾਂ ਦੇ ਕੋਲ ਜਾ ਕੇ ਬੇਨਤੀ ਕਰੋ। ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਆ ਪਏ, ਕਹਿੰਦੇ ਮਹਾਰਾਜ ਤੁਹਾਡੀ ਮਹਿਮਾ ਨੂੰ ਜਾਣਿਆ ਨਹੀਂ, ਇਹ ਇਸਤਰੀਆਂ ਭੈੜੇ ਜੀਵਨ ਵਾਲੀਆਂ ਹੈ, ਸਾਡੀਆਂ ਘਰ ਵਾਲੀਆਂ, ਇਹਨਾਂ ਦੇ ਐਸੇ ਕੁਕਰਮਾਂ ਤੋਂ ਅਸੀਂ ਵੀ ਤੰਗ ਹੈ, ਪਰ ਮਹਾਰਾਜ ਜਿਵੇਂ ਇਹਨਾਂ ਨੇ ਕੀਤਾ ਉਹਦੀ ਸਜ਼ਾ ਇਹਨਾਂ ਨੇ ਭੋਗ ਲਈ ਹੈ, ਤੇ ਆਪ ਜੀ ਕਿਰਪਾ ਕਰੋ ਹੁਣ ਸਾਡੀ ਬੇਨਤੀ ਮੰਨ ਕੇ ਤੇ ਇਹਨਾਂ ਨੂੰ ਉਸੇ ਰੂਪ ਦੇ ਵਿੱਚ ਇਸਤਰੀਆਂ ਦੇ ਰੂਪ ਵਿੱਚ ਲੈ ਆਓ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਹੈ ਤਾਂ ਇਹ ਸਜ਼ਾ ਦੇ ਯੋਗ ਹੀ, ਪਰ ਚਲੋ ਤੁਸੀਂ ਹੁਣ ਬੇਨਤੀਆਂ ਕਰਕੇ ਸ਼ਰਨ ਵਿੱਚ ਪੈ ਗਏ ਹੋ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਬਿਰਧ ਸੁਆਮੀ ਸੰਧਾ। ਗੁਰੂ ਦਾ ਇਹ ਸੁਭਾਅ ਹੈ, ਪ੍ਰਣ ਹੈ, ਬਿਰਧ ਹੈ। ਜਿਹੜਾ ਸ਼ਰਨ ਦੇ ਵਿੱਚ ਆ ਜਾਵੇ ਸੱਚੇ ਮਨੋਂ, ਆਪਣੀ ਗਲਤੀ ਗੁਨਾਹ ਨੂੰ ਕਬੂਲ ਕਰਕੇ ਗੁਰੂ ਨੂੰ ਬਖਸ਼ ਦਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬੇਨਤੀ ਮੰਨ ਕੇ ਆਖਿਆ ਵੀ ਇਹ ਪਹਿਲੇ ਰੂਪ ਵਿੱਚ ਆ ਜਾਣਗੀਆਂ। ਉਹ ਨਾਲ ਦੀ ਨਾਲ ਇਸਤਰੀਆਂ ਬਣ ਗਈਆਂ, ਉਹ ਵੀ ਮਹਾਰਾਜ ਦੇ ਚਰਨਾਂ 'ਤੇ ਡਿੱਗੀਆਂ, ਮਹਾਰਾਜ ਬਖਸ਼ ਲਓ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਬਖਸ਼ਾਉਣਾ ਚਾਹੁੰਦੇ ਹੋ ਤੇ ਗੁਰੂ ਦੀ ਸਿੱਖੀ ਧਾਰਨ ਕਰ ਲਓ। ਅੱਜ ਤੋਂ ਬਾਅਦ ਸਾਰੇ ਰਲ ਮਿਲ ਕੇ ਰੱਬ ਦਾ ਨਾਮ ਜਪਿਆ ਕਰੋ, ਇੱਕ ਸਾਂਝੀ ਜਗ੍ਹਾ ਧਰਮਸ਼ਾਲਾ ਬਣਾਓ, ਉੱਥੇ ਸਤਸੰਗਤ ਕਰਿਆ ਕਰੋ।
ਆਏ ਗਏ ਰਾਹੀ ਪਾਂਧੀ ਦੀ ਸੇਵਾ ਕਰਿਆ ਕਰੋ, ਇਉਂ ਨਰਾਦਰ ਨਾ ਕਰੋ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਨਿਹਾਲ ਕੀਤਾ, ਹੁਕਮ ਕੀਤਾ ਕਿ ਨਿੱਤਾ ਪ੍ਰਤੀ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਸੰਗਤ ਵਿੱਚ ਵਰਤਾਉਣੀ, ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਣਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਗੁਰਮੰਤਰ ਦੀ ਬਖਸ਼ਿਸ਼ ਇਹਨਾਂ ਨੂੰ ਕੀਤੀ। ਇਹ ਸਾਰੇ ਨਗਰ ਦੇ ਲੋਕ ਸਤਿਗੁਰੂ ਸਾਹਿਬ ਜੀ ਦੇ ਸਿੱਖ ਬਣ ਗਏ। 5 ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਰਹੇ। ਇੱਥੇ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਨਹੀਂ ਕੀਤਾ, ਪਰ ਤਵਾਰੀਖ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਆਉਂਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਜਾਣ ਲੱਗਿਆਂ ਇਹਨਾਂ ਨੇ ਇੱਕ ਨਿਸ਼ਾਨੀ ਮੰਗੀ, ਮਹਾਰਾਜ ਸਾਨੂੰ ਕੋਈ ਨਿਸ਼ਾਨੀ ਦੇ ਜਾਓ ਆਪਣੀ, ਅਸੀਂ ਉਹਦੀ ਪੂਜਾ ਕਰਿਆ ਕਰੀਏ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਇੱਕ ਵਰਸ਼ਾ ਆਪਣੇ ਕੋਲੋਂ ਦਿੱਤਾ। ਤੇ ਸਾਧ ਸੰਗਤ ਜੀ ਅੱਜ ਵੀ ਉਹ ਜਿਹੜਾ ਵਰਸ਼ਾ ਨਾ ਉੱਥੇ ਯਾਦਗਾਰ ਸਤਿਗੁਰੂ ਦੀ ਸੰਭਾਲੀ ਪਈ ਸੰਗਤ ਉਹਦੀ ਵੀ ਸੇਵਾ ਪੂਜਾ ਕਰਦੀ ਹੈ। ਇਉਂ ਸਤਿਗੁਰੂ ਜੀ ਇਹਨਾਂ ਨੂੰ ਤਾਰ ਕੇ ਅੱਗੇ ਰਾਜੇ ਸ਼ਿਵਨਾਬ ਨੂੰ ਤਾਰਨ ਵਾਸਤੇ ਜਿਹੜਾ ਯਾਦ ਕਰ ਰਿਹਾ, ਮਨਸੁਖ ਸ਼ਾਹ ਤੋਂ ਪ੍ਰੇਰਿਤ ਹੋ ਕੇ ਸਤਿਗੁਰੂ ਦਾ ਸ਼ਰਧਾਲੂ ਬਣਿਆ। ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੀ ਤਾਂਘ ਲਈ ਬੈਠਾ ਹੈ, ਉਹਨੂੰ ਜਿਵੇਂ ਦਰਸ਼ਨ ਦਿਦਾਰੇ ਬਖਸ਼ਿਸ਼ ਕਰਦੇ ਹਨ, ਜਿਵੇਂ ਇਤਿਹਾਸ ਆ ਰਿਹਾ। ਆਓ ਬੜੇ ਪਿਆਰ ਨਾਲ ਇਕਾਗਰਤਾ ਸਹਿਤ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰੂ ਪਦ ਨਗ ਪਾਂਧ ਜੀ। ਮਹਾਕਵੀ ਭਾਈ ਸੰਤੋਖ ਸਿੰਘ ਜੀ ਜਿਹੜੇ ਇਸ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਰਚੇਤਾ ਹਨ, ਸੁੰਦਰ ਛੰਦਾਬੰਦੀ ਵਿੱਚ ਭਾਈ ਵਾਲੇ ਵਾਲੀ ਜਨਮ ਸਾਖੀ ਨੂੰ ਆਧਾਰ ਬਣਾ ਕੇ ਜਿਨ੍ਹਾਂ ਨੇ ਇਹ ਸਾਰਾ ਵਿਸਥਾਰ ਸਹਿਤ ਸਤਿਗੁਰੂ ਸਾਹਿਬ ਦਾ ਇਤਿਹਾਸ ਲਿਖਿਆ ਹੈ, ਮੰਗਲ ਉਚਾਰਨ ਕਰਦੇ ਹਨ ਅਧਿਆਏ ਦੀ ਆਰੰਭਤਾ ਤੋਂ ਪਹਿਲਾਂ ਕਿ ਸ਼ੋਭਾ ਵਾਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ, ਉਹਨਾਂ ਦੇ ਜਿਹੜੇ 9 ਚਰਨਾਂ ਦੇ, ਸਤਿਗੁਰੂ ਜੀ ਦੇ ਚਰਨਾਂ ਦੇ 9 ਦੀ ਜਿਹੜੀ ਸੁੰਦਰਤਾ ਹੈ ਉਹ ਬਹੁਤ ਹੀ ਰੁਚੀ ਉਪਜਾਉਣ ਵਾਲੀ, ਪਿਆਰੀ ਲੱਗਣ ਵਾਲੀ ਸ਼ੋਭਾ ਹੈ, ਸੁੰਦਰ ਸ਼ੋਭਾ ਹੈ। ਚੰਦਰਕਾ ਮਾਨ, ਜਿਵੇਂ ਚੰਦਰਮਾ ਦੀ ਚਾਂਦਨੀ ਹੁੰਦੀ ਆ, ਇਸ ਪ੍ਰਕਾਰ ਸਤਿਗੁਰੂ ਜੀ ਦੇ ਚਰਨਾਂ ਦੀ ਸ਼ੋਭਾ ਨੂੰ ਜਾਣੋ। ਤੇ ਜਿਵੇਂ ਚੰਦਰਮਾ ਦੀ ਚਾਨਣੀ ਨੂੰ ਚਕੋਰ ਇੱਕ ਟੱਕ ਨਿਗਾਹ ਲਾ ਕੇ, ਨੀਝ ਲਾ ਕੇ ਤੱਕਦਾ ਰਹਿੰਦਾ, ਇਸੇ ਤਰ੍ਹਾਂ ਕਵੀ ਜੀ ਕਹਿੰਦੇ ਮੈਂ ਆਪਣੇ ਮਨ ਨੂੰ ਚਕੋਰ ਬਣਾਇਆ ਹੈ। ਤੇ ਇਉਂ ਪ੍ਰੇਮ ਦੇ ਨਾਲ ਮੁਕਤੀ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੋਹਣੀ ਸੁੰਦਰ ਕਥਾ ਮੈਂ ਸੰਗਤਾਂ ਦੇ ਅੱਗੇ ਕਹਿ ਰਿਹਾ ਹਾਂ, ਸੰਗਤਾਂ ਦੇ ਅੱਗੇ, ਪਾਠਕਾਂ ਦੇ ਅੱਗੇ, ਸਰੋਤਿਆਂ ਦੇ ਅੱਗੇ ਵਰਣਨ ਕਰ ਰਿਹਾ ਹਾਂ, ਜਿਹੜੀ ਸਤਿਗੁਰੂ ਦੀ ਕਥਾ ਮੁਕਤੀ ਬਖਸ਼ਣ ਵਾਲੀ ਹੈ। ਸ੍ਰੀ ਬਾਲਾ ਸੰਦੂਰ ਵਾਚ। ਜਿਵੇਂ ਕਿ ਪੂਰਵੋਕਤ ਬੇਨਤੀ ਕੀਤੀ ਹੈ ਕਿ ਸਤਿਗੁਰੂ ਸਾਹਿਬ ਜੀ ਦੇ ਇਹ ਇਤਿਹਾਸ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਆਧਾਰ ਬਣਾ ਕੇ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ ਛੰਦਾਬੰਦੀ ਵਿੱਚ। ਸੋ ਭਾਈ ਬਾਲੇ ਨੇ ਜਿਵੇਂ ਇਹ ਸਾਰਾ ਸਤਿਗੁਰੂ ਸਾਹਿਬ ਜੀ ਦਾ ਇਤਿਹਾਸ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਆਗਿਆ ਪਾ ਕੇ ਖਡੂਰ ਸਾਹਿਬ ਦੀ ਧਰਤੀ ਤਪਿਆਣਾ ਸਾਹਿਬ ਸੰਗਤਾਂ ਨੂੰ ਸੁਣਾਇਆ। ਭਾਈ ਬਾਲਾ ਜੀ ਦੱਸ ਰਹੇ ਹਨ, ਸ੍ਰੀ ਨਾਨਕ ਕੀ ਨ ਬਿਆਨਾ। ਇਹ ਸਤਿਗੁਰੂ ਅੰਗਦ ਦੇਵ ਮਹਾਰਾਜ, ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਨਗਰ ਤੋਂ ਅੱਗੇ ਪਿਆਨਾ ਕੀਤਾ, ਚਾਲਾ ਮਾਰਿਆ। ਮੈਂ ਪੁਨ ਸੰਗਤ ਕੀ ਮਾਨ ਮਰਦਾਨਾ। ਮੈਂ ਵੀ ਸਤਿਗੁਰੂ ਜੀ ਦੇ ਨਾਲ ਸੀ ਤੇ ਦੂਜਾ ਭਾਈ ਮਰਦਾਨਾ ਵੀ ਨਾਲ ਸੀ। ਦੇ ਕਲਪਿਤ ਕਥਾਨ ਉਪਦੇਸ਼ਾ। ਇਉਂ ਰਸਤੇ ਵਿੱਚ ਜਾਂਦਿਆਂ ਹੋਰ ਕਈ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਨੇ ਸ਼ੁਭ ਉਪਦੇਸ਼ ਦਿੱਤਾ। ਸਿਮਰੋ ਨ ਸਤਨਾਮ ਜਗਤੇਸ਼ਾ। ਕੀ ਉਪਦੇਸ਼ ਦਿੱਤਾ ਭਾਈ? ਸਾਰੇ ਜਗਤ ਦੇ ਮਾਲਕ ਵਾਹਿਗੁਰੂ ਦੇ ਸੱਚੇ ਨਾਮ ਨੂੰ, ਸਤਨਾਮ ਵਾਹਿਗੁਰੂ ਨੂੰ ਜਪਿਆ ਕਰੋ। ਗ੍ਰਾਮ ਨਗਰ ਸ਼ੁਭ ਮਗ ਪਲਟਾਵਾ। ਵੱਡੇ ਵੱਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਉਂ ਸ਼ੁਭ ਮਾਰਗ ਜਿਹੜਾ ਧਰਮ ਦਾ ਉਹ ਪ੍ਰਗਟ ਕੀਤਾ ਹੈ, ਸ਼ੁਭ ਮਾਰਗ ਦੇ ਉੱਤੇ ਚਲਾਇਆ। ਕਿਉਂਕਿ ਸਾਧ ਸੰਗਤ ਜੀ ਜਿਹੜਾ ਆਪ ਸ਼ੁਭ ਮਾਰਗ ਦੇ ਉੱਤੇ, ਧਰਮ ਦੇ ਮਾਰਗ ਦੇ ਉੱਤੇ ਚੱਲਣ ਵਾਲਾ, ਉਹਨੂੰ ਧਰਮ ਦਾ ਮਾਰਗ ਚੰਗਾ ਲੱਗਦਾ, ਉਹ ਦੂਜਿਆਂ ਨੂੰ ਵੀ ਧਰਮ ਦੇ ਮਾਰਗ ਦੇ ਉੱਤੇ ਪਾਵੇਗਾ। ਜਿਹੜਾ ਆਪ ਗੁਰੂ ਘਰ ਨਾਲ ਜੁੜਿਆ ਉਹ ਜ਼ਰੂਰ ਪ੍ਰੇਰਨਾ ਕਰੇਗਾ, ਚੱਲ ਭਾਈ ਤੂੰ ਵੀ ਗੁਰੂ ਘਰ ਚੱਲਿਆ ਕਰ, ਕੋਈ 5 ਮਿੰਟ 10 ਮਿੰਟ ਗੁਰੂ ਘਰ ਦੇ ਵਿੱਚ ਕਥਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਪਾਠ ਹੁੰਦਾ ਹੈ, ਤੂੰ ਵੀ ਬਹਿ ਕੇ ਸੁਣਿਆ ਕਰ। ਆਪੋ ਆਪਣਾ ਰਸਤਾ ਹਰ ਇੱਕ ਨੂੰ ਸ਼ੁਭ ਲੱਗਦਾ।
ਜਿਹੜੇ ਸਾਧ ਸੰਗਤ ਜੀ ਕੋਈ ਆ ਨਾਚ ਗਾਣੇ ਦੇਖਣ ਵਾਲੇ ਆ, ਉਹਨਾਂ ਨੂੰ ਉਹ ਆਪਣਾ ਮਾਰਗ ਸ਼ੁਭ ਲੱਗਦਾ, ਉਹ ਉਧਰ ਨੂੰ ਪ੍ਰੇਰਨਾ ਕਰਕੇ ਲੈ ਕੇ ਜਾਣਗੇ। ਜੇ ਕੋਈ ਖਿਡਾਰੀ ਆ ਤੇ ਉਹਨੇ ਖੇਡਾਂ ਵਾਲੇ ਪਾਸੇ ਪ੍ਰੇਰਨਾ ਕਰਕੇ ਲੈ ਕੇ ਜਾਣਾ। ਜੇ ਜੁਆਰੀ ਹੈ ਉਹਨੇ ਜੂਏ ਵੱਲ ਪ੍ਰੇਰਿਤ ਕਰਨਾ ਵੀ ਸਾਡਾ ਰਸਤਾ ਸ਼ੁਭ ਹੈ, ਚੱਲ ਇਸ ਰਸਤੇ ਉੱਤੇ ਚੱਲ ਪੈ। ਤੇ ਜੇਕਰ ਸਾਧ ਸੰਗਤ ਜੀ ਕੋਈ ਸ਼ਰਾਬੀ ਕਬਾਬੀ ਹੈ, ਉਹਨੇ ਠੇਕੇ ਵੱਲ ਲੈ ਕੇ ਜਾਣਾ। ਆਪੋ ਆਪਣਾ ਰਸਤਾ ਹਰ ਇੱਕ ਨੂੰ ਚੰਗਾ ਲੱਗਦਾ, ਹਰ ਇੱਕ ਨੂੰ ਸ਼ੁਭ ਲੱਗਦਾ। ਪਰ ਸ਼ੁਭ ਰਸਤਾ ਜਿਹੜਾ ਉਹ ਧਰਮ ਦਾ ਰਸਤਾ ਹੈ, ਸਤ ਸੰਗ ਦਾ ਰਸਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਇਉਂ ਪਿੰਡਾਂ ਨਗਰਾਂ ਦੇ ਸ਼ਹਿਰਾਂ ਦੇ ਲੋਕਾਂ ਨੂੰ ਸ਼ੁਭ ਰਸਤੇ ਦੇ ਉੱਤੇ ਪਾਇਆ ਉਪਦੇਸ਼ ਕਰਕੇ। ਚਲਤ ਚਲਤ ਸਾਗਰ ਪੁਨਿਆਵਾ, ਚਲਦਿਆਂ ਚਲਦਿਆਂ ਅੱਗੇ ਸਮੁੰਦਰ ਆ ਗਿਆ। ਜਾਏ ਪਏ ਖਾਂਡੇ ਤੇ ਤੀਰਾ, ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਮੁੰਦਰ ਦੇ ਕਿਨਾਰੇ ਜਾ ਖੜੇ ਹੋਏ। ਬੋਲੇ ਸ੍ਰੀ ਮੁਖਵਾਕ ਗੰਭੀਰਾ, ਔਰ ਸਤਿਗੁਰੂ ਨਾਨਕ ਦੇਵ ਮਹਾਰਾਜ ਬੜੇ ਗੰਭੀਰ ਜੇ ਹੋ ਕੇ ਮੁਖੋਂ ਬਚਨ ਬੋਲੇ। ਕਹੋ ਬਾਲਾ ਸਾਗਰ ਅਸਗਾ, ਕਹਿਣ ਲੱਗੇ ਭਾਈ ਬਾਲੇ ਦੇਖ ਆ ਸਮੁੰਦਰ ਕਿੰਨਾ ਡੂੰਘਾ ਹੈ, ਕਹਉ ਨ ਪਈਅਤ ਇਹ ਕੋ ਥਾਹ, ਔਰ ਇੰਨਾ ਚੌੜਾ ਇੰਨਾ ਡੂੰਘਾ ਇਹ ਸਮੁੰਦਰ ਆ ਵੀ ਇਹਦੀ ਕੋਈ ਥਾਂ, ਇਹਦਾ ਕੋਈ ਅੰਤ ਪਾਇਆ ਨਹੀਂ ਜਾ ਸਕਦਾ। ਗਿਆਨੋ ਪਾਰ ਜੈਤ ਹਮ ਮਨ ਮੈਂ, ਤੇ ਅਸੀਂ ਮਨ ਵਿੱਚ ਚਾਹੁੰਦੇ ਆ ਕਿ ਅਸੀਂ ਇਸ ਸਮੁੰਦਰ ਤੋਂ ਪਾਰ ਜਾਣਾ ਹੈ। ਕਿਸ ਪ੍ਰਕਾਰ ਗਮਨੇ ਅਬ ਬਨ ਮੈਂ, ਹਾਂ, ਬੰਨ ਨਾਮ ਪਾਣੀ ਦਾ ਵੀ ਹੁੰਦਾ, ਬੰਨ ਨਾਮ ਜੰਗਲ ਦਾ ਵੀ ਹੁੰਦਾ। ਕਹਿੰਦੇ ਅਸੀਂ ਇਸ ਪਾਣੀ ਦੇ ਵਿੱਚੋਂ ਕਿਸ ਤਰ੍ਹਾਂ ਲੰਘੀਏ, ਕਿਵੇਂ ਪਾਰ ਹੋਈਏ, ਨਿਮਕਣਾ ਕੋ ਅਬ ਆਇ ਜਹਾਜਾ, ਕਿਉਂਕਿ ਇੱਥੇ ਤਾਂ ਨੇੜੇ ਤੇੜੇ ਕੋਈ ਜਹਾਜ਼ ਵੀ ਨਹੀਂ ਨਜ਼ਰ ਆ ਰਿਹਾ। ਜਾਂਦੇ ਪਾਰ ਜਾਣ ਵੈ ਕਾਜਾ, ਜਿਸ ਕਰਕੇ ਇਹ ਸਮੁੰਦਰ ਤੋਂ ਪਾਰ ਜਾਣ ਦਾ ਕਾਜ ਸਾਡਾ ਹੋ ਜਾਵੇ, ਜਹਾਜ਼ ਤੇ ਚੜ੍ਹ ਕੇ ਚਲੇ ਜਾਈਏ। ਤੂੰ ਸਿਆਣੋ ਕਰ ਮਤਲਬ ਦੀਜੈ, ਸਤਿਗੁਰੂ ਕਹਿਣ ਲੱਗੇ ਭਾਈ ਵਾਲਿਆ ਤੂੰ ਸਿਆਣਾ ਹੈ, ਉਮਰ ਨਾਲੋਂ ਵੀ ਮੇਰੇ ਵਿੱਚ 3 ਸਾਲ ਵੱਡਾ, ਕੋਈ ਚੰਗੀ ਸਲਾਹ ਦੇ। ਜੇ ਪ੍ਰਕਾਰ ਤੇ ਗਮਨ ਕਰੀਜੈ, ਜਿਸ ਤਰੀਕੇ ਦੇ ਨਾਲ ਅਸੀਂ ਇੱਥੋਂ ਜਾਣਾ ਕਰੀਏ, ਆ ਸਮੁੰਦਰ ਪਾਰ ਕਰ ਜਾਈਏ। ਸੁਣੀਏ ਸ੍ਰੀ ਅੰਗਦ ਗਦਦਾਨੀ, ਇਹ ਗੁਰੂ ਅੰਗਦ ਦੇਵ ਮਹਾਰਾਜ ਮੁਕਤੀ ਦੇ ਦਾਤਾ ਜੀ, ਅੱਗੇ ਕਥਾ ਸੁਣੋ। ਗੁਰ ਸੋ ਮੈਂ ਬੋਲਿਓ ਅਸਬਾਣੀ, ਉਸ ਵੇਲੇ ਮੈਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭਾਈ ਬਾਲਾ ਕਹਿੰਦਾ ਇਉਂ ਬੋਲਿਆ। ਜੋ ਪਾਹਨ ਲੈ ਔਰਡ ਬੰਤੀ, ਕਹਿੰਦਾ ਮੈਂ ਬੇਨਤੀ ਕੀਤੀ ਮਹਾਰਾਜ, ਜਿਹੜੇ ਪੱਥਰ ਆ ਵੱਡੇ ਵੱਡੇ ਭਾਰੇ ਹੋਰਾਂ ਨੂੰ ਲੈ ਕੇ ਡੁੱਬ ਜਾਂਦੇ ਹਨ, ਤੁਮਰੇ ਬਚਨਨ ਤੇ ਸੋ ਤਰੰਤੇ, ਮਹਾਰਾਜ ਤੁਹਾਡੇ ਬਚਨਾਂ ਨਾਲ ਤਾਂ ਉਹ ਪੱਥਰ ਵੀ ਤਰ ਜਾਂਦੇ ਹਨ। ਗਰਵੇ ਗੁਰ ਸਾਗਰ ਪਰ ਤਾਰੇ, ਮਹਾਰਾਜ ਬਹੁਤ ਭਾਰੀ ਭਾਰੀ ਪਹਾੜ, ਭਾਰੇ ਭਾਰੇ ਪੱਥਰ ਤੁਸੀਂ ਸਾਗਰਾਂ ਦੇ ਉੱਤੇ ਤਾਰੇ ਹਨ। ਮਾਨਵ ਕੀ ਕਾ ਗਣਤ ਉਚਾਰੇ, ਤੇ ਮਹਾਰਾਜ ਅਸੀਂ ਤਾਂ ਮਨੁੱਖ ਹਾਂ ਤੁਹਾਡੇ ਨਾਲ, ਮਨੁੱਖਾਂ ਦੀ ਕਿਹੜੀ ਗਿਣਤੀ ਹੈ। ਇਹ ਤੁਸੀਂ ਕਿਹੜੀ ਗੱਲ ਕਰਦੇ ਹੋ ਵੀ ਅਸੀਂ ਇੱਥੋਂ ਪਾਰ ਨਹੀਂ ਹੋਵਾਂਗੇ, ਇਹ ਵੀ ਤੁਸੀਂ ਪਾਰ ਆਪੇ ਕਰ ਦੇਣਾ ਹੈ। ਨਾਮ ਲੈ ਜੋ ਤੁਮ ਦਿਨ ਰਹਿਣਾ, ਮਹਾਰਾਜ ਜਿਹੜਾ ਦਿਨ ਰਾਤ ਧੰਨ ਗੁਰੂ ਨਾਨਕ ਜਪਦਾ, ਤੁਹਾਡਾ ਨਾਮ ਲੈਂਦਾ ਹੈ। ਸੋ ਭਵਜਲ ਲੰਘੈ ਸੁਖ ਚੈਨਾ, ਮਹਾਰਾਜ ਇਹ ਤਾਂ ਦੁਨਿਆਵੀ ਸਮੁੰਦਰ ਹੈ, ਉਹ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜਿਹੜਾ ਤੁਹਾਡਾ ਨਾਂ ਲਵੇ। ਇਹ ਸਾਗਰ ਕਾ ਤਰਨ ਦੁਹਿਲਾ, ਉਹਨੂੰ ਸੁੱਖ ਚੈਨ ਆਰਾਮ ਮਿਲਦਾ। ਤੇ ਇਹ ਜਿਹੜਾ ਸਾਗਰ ਹੈ ਮਹਾਰਾਜ, ਇਹ ਤਰਨਾ ਫਿਰ ਕਿਹੜਾ ਔਖਾ ਹੈ। ਆਰੋ ਭਵਜਲ ਧੂਰ ਸਹਿਲਾ, ਆਪ ਜੀ ਮਹਾਰਾਜ ਸੰਸਾਰ ਸਮੁੰਦਰ ਤੋਂ ਤਾਰ ਕੇ ਜਨਮ ਨੂੰ ਸੁਹੇਲਾ ਸਫਲਾ ਕਰਨ ਵਾਲੇ ਹੋ। ਤੇ ਇਹ ਜਿਹੜਾ ਪ੍ਰਤੱਖ ਸਾਗਰ ਸਮੁੰਦਰ ਹੈ, ਇਹ ਤੋਂ ਵੀ ਤੁਸੀਂ ਪਾਰ ਕਰੋਗੇ। ਸੁਨ ਪ੍ਰਸੀਦ ਤੇ ਬਹੁਗਤ ਦਾਨੀ, ਭਾਈ ਬਾਲਾ ਜੀ ਕਹਿੰਦੇ ਜਦੋਂ ਮੈਂ ਆਹ ਵਚਨ ਕੀਤੇ ਨਾ, ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਬਹੁਤ ਪ੍ਰਸੰਨ ਹੋਏ। ਬੋਲੇ ਪਰਮ ਮਨੋਹਰ ਬਾਣੀ, ਤੇ ਬੜੀ ਮਨ ਨੂੰ ਹਰਨ ਵਾਲੀ, ਮਨ ਨੂੰ ਚਰਾਉਣ ਵਾਲੀ ਮਿੱਠੀ ਬਾਣੀ ਬੋਲੇ। ਸ੍ਰੀ ਮੁਖਵਾਕ ਸਤਿਗੁਰੂ ਨੇ ਆਪਣੇ ਮੁਖਾਰਬਿੰਦ ਤੋਂ ਵਚਨ ਉਚਾਰੇ। ਇਕ ਓੰਕਾਰ ਸਤਨਾਮ ਕਰਤਾ ਪੁਰਖ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਫਿਰ ਮਹਾ ਮੰਤਰ ਉਚਾਰਨ ਕੀਤਾ। ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮਹਾ ਮੰਤਰ ਹੈ। ਉਸ ਤੋਂ ਅੱਗੇ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਇੱਥੋਂ ਤੱਕ ਸੰਪੂਰਨ ਮੂਲ ਮੰਤਰ ਹੈ। ਗੁਰਪ੍ਰਸਾਦ ਤੱਕ ਮਹਾ ਮੰਤਰ
ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਲੈ ਕੇ ਆਏ ਹਨ। ਜਿਸ ਵੇਲੇ ਵੇਈ ਨਦੀ ਪ੍ਰਵੇਸ਼ ਕੀਤਾ ਨਾ ਸੁਲਤਾਨਪੁਰ ਦੇ ਵਿੱਚ, ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਜਾ ਪਹੁੰਚੇ ਆ ਤੇ ਉੱਥੇ ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਧਾਰਨ ਕਰਕੇ ਫਿਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਨੀਆ ਨੂੰ ਇਹ ਗੁਰਬਾਣੀ ਦੀ, ਵਾਹਿਗੁਰੂ ਮੰਤਰ ਦੀ, ਮੂਲ ਮੰਤਰ ਦੀ ਬਖਸ਼ਿਸ਼ ਕੀਤੀ ਹੈ। ਅਕਾਲ ਪੁਰਖ ਵਾਹਿਗੁਰੂ ਦੇ ਜਦੋਂ ਦਰ ਗਏ ਆ ਤੇ ਉਸ ਵੇਲੇ ਕਹਿੰਦੇ ਆ, ਅਕਾਲ ਪੁਰਖ ਬਚਨ ਕਰਦੇ ਆ ਕਿ ਸਤਿਗੁਰੂ ਨਾਨਕ ਜੀ, ਤੁਸੀਂ ਦੁਨੀਆ ਦੇ ਉੱਤੇ, ਆ ਧਰਤੀ ਦੇ ਉੱਤੇ ਮੋਦੀਖਾਨੇ ਚਲਾਉਣ ਥੋੜ੍ਹੀ ਗਏ ਹੋ। ਤੁਹਾਡੀ ਤਾਂ ਡਿਊਟੀ ਕੁਝ ਹੋਰ ਹੈ, ਦੀਨ ਦੁਨੀਆ ਨੂੰ ਤਾਰਨ ਦੀ, ਔਰ ਤੁਹਾਡੇ ਵਿੱਚ ਸਮਰੱਥਾ ਹੈ ਕਿ ਤੁਸੀਂ ਦੁਨੀਆ ਨੂੰ ਤਾਰ ਸਕਦੇ ਹੋ, ਕਿਉਂਕਿ ਮੈਂ ਤਾਂ ਇਕੱਲਾ ਪਰਮੇਸ਼ਰ ਹਾਂ ਤੇ ਤੁਸੀਂ ਤਾਂ ਗੁਰੂ ਪਰਮੇਸ਼ਰ ਹੋ, ਗੁਰੂ ਵੀ ਹੋ ਤੇ ਪਰਮੇਸ਼ਰ ਸਰੂਪ ਵੀ ਹੋ। ਇਸ ਕਰਕੇ ਦੁਨੀਆ ਨੂੰ ਜਿਹੜੀ ਤਾਰਨ ਦੀ ਤੁਹਾਡੀ ਡਿਊਟੀ ਆ ਨਾ, ਉਹ ਜ਼ਿੰਮੇਵਾਰੀ ਨੂੰ ਨਿਭਾਓ। ਤੋ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤੇ ਸਨ ਪਾਰ ਬ੍ਰਹਮ ਪਰਮੇਸ਼ਰ ਦੇ ਅੱਗੇ ਕਿ ਹੈ ਪ੍ਰਮਾਤਮਾ, ਇਹ ਅਕਾਲ ਪੁਰਖ, ਦੁਨੀਆ ਦੇ ਵਿੱਚ ਇਹ ਰੀਤੀ ਹੈ, ਰਿਵਾਜ ਹੈ ਵੀ ਜਦੋਂ ਤੱਕ ਕੋਈ ਆਪ ਗੁਰੂ ਵਾਲਾ ਨਾ ਬਣਿਆ ਹੋਵੇ, ਗੁਰੂ ਧਾਰਨ ਉਹਨੇ ਨਾ ਕੀਤਾ ਹੋਵੇ, ਨਗੁਰਾ ਹੋਵੇ, ਦੂਜਿਆਂ ਨੂੰ ਗੁਰੂ ਵਾਲੇ ਨਹੀਂ ਬਣਾ ਸਕਦਾ, ਉਹਨਾਂ ਨੂੰ ਮੰਤਰ ਨਹੀਂ ਦੇ ਸਕਦਾ ਹੁੰਦਾ। ਇਸ ਕਰਕੇ ਮਹਾਰਾਜ ਆਪ ਜੀ ਕਿਰਪਾ ਕਰੋ, ਪਹਿਲਾਂ ਮੈਨੂੰ ਗੁਰਮੰਤਰ ਬਖਸ਼ੋ। ਤੋ ਅਕਾਲ ਪੁਰਖ ਵਾਹਿਗੁਰੂ ਨੇ ਫਿਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮਹਾਮੰਤਰ ਦੀ ਬਖਸ਼ਿਸ਼ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੀਤੀ ਹੈ। ਕਈਆਂ ਨੇ ਬੜੇ ਭੁਲੇਖੇ ਪਾਏ ਹੋਏ ਹੈ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਨ੍ਹਾਂ ਸਾਧੂਆਂ ਨੂੰ ਭੋਜਨ ਛਕਾਇਆ ਸੀ ਉਹ ਸੰਤ ਰੇਣ ਨੂੰ ਗੁਰੂ ਧਾਰਨ ਕੀਤਾ, ਕਿਸੇ ਨੇ ਕਿਸੇ ਨੂੰ ਲਿਖ ਦਿੱਤਾ, ਕਿਸੇ ਆਪੋ ਆਪਣੀ ਮੱਤ ਮੁਤਾਬਕ। ਪਰ ਗੁਰੂ ਕੇ ਸਿੱਖਾਂ ਨੇ ਗੁੰਮਰਾਹ ਨਹੀਂ ਹੋਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰੂ ਅਕਾਲ ਪੁਰਖ ਵਾਹਿਗੁਰੂ ਆਪ ਹਨ। ਉੱਥੋਂ ਇਹ ਮੂਲ ਮੰਤਰ ਲੈ ਕੇ ਆਏ, ਦੀਨ ਦੁਨੀਆ ਨੂੰ ਤਾਰਨ ਵਾਸਤੇ ਜਗ੍ਹਾ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਮਹਾਮੰਤਰ ਦੇ ਨਾਲ ਅੱਗੇ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੱਕ ਸੰਗਤਾਂ ਨੂੰ ਬਖਸ਼ਿਸ਼ ਕੀਤਾ ਹੈ। ਸੋ ਇੱਥੇ ਜਿਹੜਾ ਮਹਾਮੰਤਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ, ਜਿਸ ਦੇ ਅਰਥਾਂ ਤੋਂ ਸੰਗਤ ਭਲੀ ਭਾਂਤ ਜਾਣੂ ਹੀ ਹੁੰਦੀ ਹੈ, ਪਰ ਫਿਰ ਵੀ ਆਪਾਂ ਸੰਖੇਪ ਰੂਪ ਦੇ ਵਿੱਚ ਅਰਥ ਕਰ ਲੈਂਦੇ ਹਾਂ, ਕਿਉਂਕਿ ਕਈ ਵਾਰ ਨਵੀਂ ਸੰਗਤ ਆਈ ਹੁੰਦੀ ਆ ਜਾਂ ਪੁਰਾਣੇ ਸਮਿਆਂ ਤੋਂ ਵੀ ਜਿਹੜੇ ਹਾਜ਼ਰੀ ਭਰਦੇ ਹੋਣ, ਪੜ੍ਹਦੇ ਜਾਂ ਸੁਣਦੇ ਤਾਂ ਹਨ ਪਰ ਅਰਥਾਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਹਾਲਾਂਕਿ ਪੜ੍ਹਨ ਦੇ ਵਿੱਚ ਵੀ ਬਹੁਤ ਮਹਾਤਮ ਹੈ, ਪੜ੍ਹਨਾ ਵੀ ਸਾਡਾ ਨਿਸਫਲ ਨਹੀਂ ਹੈ, ਪਰ ਜੇਕਰ ਅਰਥਾਂ ਦੀ ਵੀ ਨਾਲ ਸਮਝ ਆਉਂਦੀ ਹੋਵੇ ਤੇ ਮਨ ਫਿਰ ਬਹੁਤਾ ਜੁੜਦਾ। ਨਹੀਂ ਤੇ ਸਾਧ ਸੰਗਤ ਜੀ, ਹੁਣ ਜੇ ਬੱਚੇ ਨੂੰ ਭੁੱਖ ਲੱਗੀ ਆ ਤੇ ਉਹਨੂੰ ਇਹ ਥੋੜ੍ਹੀ ਦੱਸਣਾ ਪੈਂਦਾ ਵੀ ਦੁੱਧ ਦੇ ਵਿੱਚ ਪ੍ਰੋਟੀਨ ਕਿਹੜਾ ਹੁੰਦਾ, ਕੈਲਸ਼ੀਅਮ ਦਾ ਤੱਤ ਕਿਹੜਾ ਹੁੰਦਾ। ਉਹਨੂੰ ਦੁੱਧ ਦੇ ਦੇਈਦਾ ਤੇ ਉਹ ਛਕ ਕੇ ਤੇ ਆਪਣੀ ਭੁੱਖ ਨਿਵਰਤ ਕਰ ਲੈਂਦਾ। ਹਾਲਾਂਕਿ ਉਹਨੂੰ ਦੁੱਧ ਦੇ ਅਰਥਾਂ ਦਾ ਤਾਂ ਨਹੀਂ ਪਤਾ ਨਾ ਵੀ ਇਹਨੂੰ ਦੁੱਧ ਕਿਉਂ ਕਹਿੰਦੇ ਆ, ਇਹ ਕਿਹੋ ਜਿਹੇ ਰੰਗ ਦਾ ਹੁੰਦਾ, ਕਿਹੜੀ ਭਾਸ਼ਾ ਵਿੱਚ ਇਹਨੂੰ ਕੀ ਕਿਹਾ ਜਾਂਦਾ, ਵਿਗਿਆਨਕ ਤਰੀਕੇ ਦੇ ਨਾਲ, ਡਾਕਟਰਾਂ ਦੀ ਭਾਸ਼ਾ ਦੇ ਨਾਲ ਇਹਦੇ ਵਿੱਚ ਕਿਹੜੇ ਮਿਨਰਲ ਹੁੰਦੇ ਆ, ਕਿਹੜੇ ਪ੍ਰੋਟੀਨ ਹੁੰਦੇ ਆ। ਉਹ ਦੁੱਧ ਨੂੰ ਛਕ ਲੈਂਦਾ ਤੇ ਤ੍ਰਿਪਤੀ ਕਰ ਲੈਂਦਾ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ, ਗੁਰਬਾਣੀ ਨੂੰ ਜੇ ਜਪ ਲਵਾਂਗੇ, ਪੜ੍ਹ ਲਵਾਂਗੇ, ਫਿਰ ਵੀ ਇਹਦਾ ਫਾਇਦਾ ਹੈ, ਪਰ ਜੇ ਅਰਥ ਸਮਝ ਆਉਂਦੇ ਹੋਣਗੇ ਫਿਰ ਮਨ ਬਹੁਤਾ ਟਿਕਦਾ। ਸੋ ਸਤਿਗੁਰੂ ਨੇ ਉਚਾਰਨ ਕੀਤਾ ਇੱਕ ਓੰਕਾਰ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਇੱਕ ਹੈ, ਅਦੁੱਤੀ ਹੈ, ਉਹਦੇ ਵਰਗਾ ਕੋਈ ਹੋਰ ਨਹੀਂ ਹੈ। ਅਦੁੱਤੀ ਜਿਸ ਵਿੱਚ ਦਵੈਤ ਨਹੀਂ ਹੈ, ਕਿਉਂਕਿ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਤਾਂ ਦਵੈਸ਼ ਹੈ ਨਾ, ਕੋਈ ਸਾਨੂੰ ਪਿਆਰਾ ਲੱਗਦਾ ਤੇ ਕੋਈ ਸਾਨੂੰ ਆਪਣਾ ਦੁਸ਼ਮਣ ਲੱਗਦਾ, ਕੋਈ ਸਾਨੂੰ ਬਹੁਤਾ ਹੀ ਚੰਗਾ ਲੱਗਦਾ ਹੈ ਤੇ ਕਿਸੇ ਨੂੰ ਦੇਖਣ ਸਾਰ ਹੀ ਅਸੀਂ ਕਹਿੰਦੇ ਹਾਂ ਜੀ ਅਸੀਂ ਤਾਂ ਇਰੀਟੇਟ ਹੋ ਗਏ, ਅਸੀਂ ਤਾਂ ਖਿੱਝ ਜਾਂਦੇ ਹਾਂ ਦੇਖਣ ਸਾਰ ਹੀ, ਤੇ ਕਈ ਦੂਰੋਂ ਦੇਖ ਕੇ ਉਹਨਾਂ ਵੱਲ ਭੱਜ ਕੇ ਜਾਂਦੇ ਹਾਂ ਆਪਾਂ ਵੀ ਇਹ ਸਾਡਾ ਪਿਆਰਾ। ਸਾਡੇ ਮਨਾਂ ਵਿੱਚ ਦਵੈਸ਼ ਹੈ, ਰਾਗ ਦਵੈਸ਼, ਕੋਈ ਚੰਗਾ ਲੱਗਦਾ, ਕੋਈ ਮਾੜਾ ਲੱਗਦਾ। ਪਰ ਵਾਹਿਗੁਰੂ ਦੇ ਵਾਸਤੇ ਸਾਧ ਸੰਗਤ ਜੀ ਸਾਰੇ ਹੀ ਚੰਗੇ ਆ, ਕੋਈ ਮਾੜਾ ਨਹੀਂ। ਇਸ ਕਰਕੇ ਉਹਦਾ ਕਿਸੇ ਨਾਲ ਰਾਗ ਨਹੀਂ, ਕਿਸੇ ਨਾਲ ਦਵੈਖ ਨਹੀਂ, ਦਵੈਤ ਤੋਂ ਰਹਿਤ ਹੈ, ਉਹਨੂੰ ਅਦੁੱਤੀ ਕਿਹਾ ਜਾਂਦਾ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਜਿਹੜਾ ਇੱਕੋ ਇੱਕ ਆ, ਉਹਦੇ ਵਰਗਾ ਹੋਰ ਕੋਈ ਨਹੀਂ ਹੈ। ਬਾਕੀ ਸਾਰੇ ਦਵੈਸ਼ ਦੇ ਅਧੀਨ ਹਨ, ਸਾਰਿਆਂ ਦੇ ਮਨ ਵਿੱਚ ਦਵੈਸ਼ ਆ ਜਾਂਦੀ ਆ। ਮੂਸਾ ਪੈਗੰਬਰ ਦੀ ਸਾਖੀ ਪ੍ਰਮਾਣ ਤੁਸੀਂ ਕਈ ਵਾਰ ਸੁਣੀ ਹੋਵੇਗੀ। ਕਹਿੰਦੇ ਖੁਦਾ ਦੇ ਕੋਲ ਗਿਆ ਮੂਸਾ ਪੈਗੰਬਰ, ਕਹਿਣ ਲੱਗਾ ਇਹ ਖੁਦਾਵੰਦ ਕਰੀਮ, ਤੁਸੀਂ ਸਾਰੀ ਦੁਨੀਆ ਨੂੰ ਰਿਜ਼ਕ ਦਿੰਦੇ ਹੋ, ਕਿੰਨੀਆਂ ਜ਼ਿੰਮੇਵਾਰੀਆਂ ਸੰਭਾਲਦੇ ਹੋ, ਮੈਂ ਤੁਹਾਡਾ ਨਾਮ ਜਪ ਜਪ ਕੇ
ਤੁਹਾਡਾ ਹੀ ਸਰੂਪ ਹੋ ਗਿਆ, ਤੁਹਾਡਾ ਭੇਜਿਆ ਪੈਗੰਬਰ ਹੈ, ਇੱਕ ਅੱਧੀ ਡਿਊਟੀ ਮੈਨੂੰ ਵੀ ਬਖਸ਼ ਦਿਓ। ਤੋ ਅਕਾਲ ਪੁਰਖ ਵਾਹਿਗੁਰੂ ਖੁਦਾ ਨੇ ਆਖਿਆ ਕਿ ਮੂਸੇ ਤੂੰ ਕਿਹੜੀ ਡਿਊਟੀ ਕਰ ਸਕਦਾ, ਇਹ ਡਿਊਟੀਆਂ ਜਿਹੜੀਆਂ ਇਹ ਖੁਦਾ ਦੇ ਵੱਸ ਆ, ਵਾਹਿਗੁਰੂ ਦੇ ਵੱਸ ਆ, ਉਹ ਹੀ ਕਰ ਸਕਦਾ। ਕਹਿੰਦਾ ਜੀ ਆਹ ਸਾਰੀ ਦੁਨੀਆ ਨੂੰ ਤੁਸੀਂ ਭੋਜਨ ਰਿਜ਼ਕ ਦਿੰਦੇ ਹੋ, ਇਹ ਡਿਊਟੀ ਜੇ ਮੈਨੂੰ ਦੇ ਦਿਓ, ਕਹਿੰਦੇ ਕਰ ਲਏਗਾ? ਕਹਿੰਦਾ ਜੀ ਕਰ ਲਊਂਗਾ। ਕਹਿੰਦੇ ਹੋਣੀ ਨਹੀਂ ਡਿਊਟੀ ਤੇਰੇ ਤੋਂ। ਕਹਿਣ ਲੱਗਾ ਜੀ ਕਰ ਲਵਾਂਗਾ। ਖੁਦਾ ਨੇ, ਰੱਬ ਨੇ, ਅਕਾਲ ਪੁਰਖ ਵਾਹਿਗੁਰੂ ਨੇ ਇੱਕ ਕੁਝ ਸਮੇਂ ਵਾਸਤੇ ਇਹ ਰਿਜ਼ਕ ਪਹੁੰਚਾਉਣ ਦੀ ਜਿਹੜੀ ਡਿਊਟੀ ਆ ਨਾ, ਉਹ ਮੂਸੇ ਪੈਗੰਬਰ ਨੂੰ ਦੇ ਦਿੱਤੀ। ਹੁਣ ਮੂਸੇ ਪੈਗੰਬਰ ਨੇ ਖੁਦਾ ਦੀ ਲਾਈ ਜ਼ਿੰਮੇਵਾਰੀ ਦੇ ਮੁਤਾਬਕ ਸਾਰਿਆਂ ਨੂੰ ਰਿਜ਼ਕ ਪਹੁੰਚਾਇਆ, ਪਰ ਸੂਰਾਂ ਨੂੰ ਭੁੱਖੇ ਮਾਰ ਦਿੱਤਾ। ਕਹਿੰਦਾ ਇਹਨਾਂ ਨੂੰ ਨਹੀਂ ਦੇਣਾ, ਇਹਨਾਂ ਨੇ ਮੁਹੰਮਦ ਸਾਹਿਬ ਦਾ ਪੱਟ ਪਾੜ ਦਿੱਤਾ ਸੀ। ਤੇ ਸਾਧ ਸੰਗਤ ਜੀ, ਹੋਰ ਨਿਗਾਹ ਮਾਰੀ ਸ੍ਰਿਸ਼ਟੀ ਦੇ ਵਿੱਚ, ਇੱਕ ਕੋਈ ਐਸਾ ਕੁਕਰਮੀ ਮਨੁੱਖ ਮੁਰਦਾ ਹੋਈ ਇਸਤਰੀ ਨੂੰ ਕਬਰ ਦੇ ਵਿੱਚੋਂ ਕੱਢ ਕੇ ਕੁਕਰਮ ਭੋਗ ਰਿਹਾ ਸੀ। ਕਿਹਾ ਵੀ ਆ ਤਾਂ ਬਹੁਤ ਨੀਚ ਕਰਮ ਵਾਲਾ ਬੰਦਾ, ਇਹਨੂੰ ਤਾਂ ਬਿਲਕੁਲ ਹੀ ਅਧਿਕਾਰ ਨਹੀਂ ਭੋਜਨ ਪ੍ਰਸ਼ਾਦੇ ਦਾ, ਉਹਨੂੰ ਵੀ ਨਾ ਦਿੱਤਾ। ਜਦੋਂ ਸਾਧ ਸੰਗਤ ਜਿਹੜੇ ਛੱਡ ਦਿੱਤੇ ਨਾ ਦਵੈਸ਼ ਕਰਕੇ, ਮਾੜੇ ਜਾਣ ਕੇ, ਉਹਨਾਂ ਨੇ ਕੂਕ ਪੁਕਾਰ ਕੀਤੀ ਵੀ ਹੇ ਰੱਬਾ, ਅੱਜ ਸਾਨੂੰ ਰੋਟੀ ਨਹੀਂ ਮਿਲੀ, ਰਿਜ਼ਕ ਨਹੀਂ ਮਿਲਿਆ। ਰੱਬ ਦੇ ਤਾਂ ਹੀ ਫਰਿਆਦ ਪਹੁੰਚੀ, ਮੂਸੇ ਪੈਗੰਬਰ ਨੂੰ ਕੋਲ ਬੁਲਾ ਲਿਆ। ਕਹਿੰਦੇ ਰਿਜ਼ਕ ਦੇ ਦਿੱਤਾ ਸਭ ਨੂੰ? ਕਹਿੰਦਾ ਜੀ ਹਾਂ ਦੇ ਦਿੱਤਾ। ਕਹਿੰਦੇ ਕੋਈ ਰਿਹਾ ਤਾਂ ਨਹੀਂ? ਕਹਿੰਦਾ ਜੀ ਕੋਈ ਨਹੀਂ ਰਿਹਾ। ਕਹਿੰਦੇ ਕਿਸੇ ਨੂੰ ਮਾੜਾ ਜਾਣ ਕੇ ਛੱਡਿਆ ਹੋਵੇ? ਦੱਸ ਦਿੱਤਾ ਜੀ, ਆ ਸੂਰਾਂ ਨੂੰ ਨਹੀਂ ਦਿੱਤਾ, ਤੇ ਇੱਕ ਮਨੁੱਖ ਇੱਦਾਂ ਕੁਕਰਮ ਕਰ ਰਿਹਾ ਸੀ ਉਹਨੂੰ ਨਹੀਂ ਦਿੱਤਾ। ਕਹਿੰਦੇ ਕਿਉਂ, ਉਹਨਾਂ ਨੂੰ ਕਿਉਂ ਨਹੀਂ ਦਿੱਤਾ? ਕਹਿੰਦੇ ਜੀ ਉਹ ਰੋਟੀ ਦੇ ਅਧਿਕਾਰੀ ਨਹੀਂ। ਖੁਦਾ ਉਸ ਵੇਲੇ ਕਹਿਣ ਲੱਗਾ, ਕਹਿੰਦੇ ਮੂਸੇ ਪੈਗੰਬਰ ਤੈਨੂੰ ਰਿਜ਼ਕ ਦੇਣ ਦੀ ਡਿਊਟੀ ਲਾਈ ਆ, ਤੈਨੂੰ ਅਧਿਕਾਰੀ ਜਾਂ ਅਣਅਧਿਕਾਰੀ ਪਰਖਣ ਦੀ ਡਿਊਟੀ ਨਹੀਂ ਲਾਈ। ਉਹ ਉਹਨਾਂ ਦੇ ਕਰਮ ਹੈ, ਆਪਣੇ ਕਰਮਾਂ ਦਾ ਕੀਤਾ ਹੋਇਆ ਭੋਗਣਗੇ। ਤੇਰੀ ਡਿਊਟੀ ਤਾਂ, ਤੇਰੀ ਜ਼ਿੰਮੇਵਾਰੀ ਤਾਂ ਰਿਜ਼ਕ ਦੇਣ ਦੀ ਆ, ਤੂੰ ਕਾਹਨੂੰ ਆ ਦਵੈਸ਼ ਦੇ ਵਿੱਚ ਪੈ ਗਿਆ? ਉਸ ਵੇਲੇ ਸਾਧ ਸੰਗਤ ਜੀ, ਖੁਦਾ ਨੇ ਆਖਿਆ ਵੀ ਦਵੈਸ਼ ਨਹੀਂ। ਖੁਦਾ ਦੇ, ਰੱਬ ਦੇ ਘਰ ਕਿਹਦੇ ਵਾਸਤੇ ਦਵੈਸ਼ ਆ ਭਾਈ? ਸੂਰਜ ਚੜ੍ਹਦਾ ਕੀ ਕਿਸੇ ਨਾਲ ਦਵੈਸ਼ ਰੱਖਦਾ ਵੀ ਮੈਂ ਅਮੀਰ ਨੂੰ ਧੁੱਪ ਦੇਣੀ ਆ, ਗਰੀਬ ਨੂੰ ਨਹੀਂ ਦੇਣੀ, ਪਾਪੀ ਨੂੰ ਨਹੀਂ ਦੇਣੀ, ਪੁੰਨੀ ਨੂੰ ਦੇਣੀ ਆ? ਉਹ ਤਾਂ ਸਾਰਿਆਂ ਵਾਸਤੇ ਇੱਕੋ ਜਿਹੀਆਂ ਕਿਰਨਾਂ ਸਾਰਿਆਂ ਦੇ ਉੱਤੇ ਪੈਂਦੀਆਂ। ਫਿਰ ਆਪਾਂ ਸੋਚਾਂਗੇ ਬਈ ਸੂਰਜ ਜਿਸ ਕਿਸੇ ਨਾਲ ਦਵੈਸ਼ ਨਹੀਂ ਰੱਖਦਾ, ਰੱਬ ਜੇ ਕਿਸੇ ਨਾਲ ਦਵੈਸ਼ ਨਹੀਂ ਰੱਖਦਾ, ਤੇ ਲੋਕ ਆਸਤਕ ਤੇ ਨਾਸਤਕ ਫਿਰ ਦੋ ਕੈਟਾਗਰੀਆਂ ਦੇ ਕਿਉਂ ਹੈ? ਕਈ ਰੱਬ ਨੂੰ ਮੰਨਣ ਵਾਲੇ ਆ, ਕਈ ਨਹੀਂ ਮੰਨਣ ਵਾਲੇ, ਕਈ ਅਮੀਰ ਹੈ, ਕਈ ਗਰੀਬ ਹੈ, ਕਈ ਪੁੰਨੀ ਹੈ, ਕਈ ਪਾਪੀ ਹੈ। ਉਹ ਜਿਹੜੀ ਦਵੈਸ਼ ਆ ਉਹ ਰੱਬ ਨੇ ਨਹੀਂ ਕੀਤੀ ਹੋਈ। ਸੂਰਜ ਦਾ ਤਾਂ ਇਹ ਨਿਯਮ ਨਹੀਂ ਨਾ, ਉਹਨੇ ਸਾਰਿਆਂ ਨੂੰ ਧੁੱਪ ਦੇਣੀ ਆ। ਸੂਰਜ ਦੀਆਂ ਕਿਰਨਾਂ ਪਾਣੀ ਵਿੱਚ, ਜਲ ਵਿੱਚ ਵੀ ਪੈ ਰਹੀਆਂ ਹੈ, ਤੇ ਸੂਰਜ ਦੀਆਂ ਕਿਰਨਾਂ ਧਰਤੀ ਉੱਤੇ ਵੀ ਪੈ ਰਹੀਆਂ, ਪਰ ਦੋਵਾਂ ਦੇ ਕਿਰਨਾਂ ਦੇ ਪੈਣ ਦਾ ਫਰਕ ਤਾਂ ਹੈ ਨਾ, ਜਜ਼ਬ ਕਰਨ ਦਾ ਫਰਕ ਹੈ। ਪਾਣੀ ਉੱਤੇ ਕਿਰਨਾਂ ਪੈਂਦੀਆਂ ਤੇ ਪਾਣੀ ਦੇ ਵਿੱਚ ਸੂਰਜ ਦਾ ਸਰੂਪ ਵੀ ਦਿਖਾਈ ਦਿੰਦਾ, ਸੂਰਜ ਵੀ ਉਸੇ ਤਰ੍ਹਾਂ ਦਿਖਾਈ ਦਿੰਦਾ ਕਿਉਂਕਿ ਪਾਣੀ ਪਵਿੱਤਰ ਹੈ। ਤੇ ਧਰਤੀ ਜਿਹੜੀ ਆ ਇਹ ਸਾਧ ਸੰਗਤ ਜੀ ਕਠੋਰ ਹੈ, ਇਹਦੇ ਵਿੱਚ ਤਾਂ ਸੂਰਜ ਦਿਖਾਈ ਨਹੀਂ ਦਿੰਦਾ ਨਾ। ਹੁਣ ਸੂਰਜ ਦਾ ਨਿਯਮ ਤਾਂ ਨਹੀਂ ਵੀ ਮੈਂ ਧਰਤੀ ਦੇ ਵਿੱਚ ਨਹੀਂ ਦੇਖਣਾ, ਪਾਣੀ ਵਿੱਚ ਹੀ ਦੇਖਣਾ। ਇਹ ਤਾਂ ਪਾਣੀ ਵਿੱਚ ਗੁਣ ਹੈ ਵੀ ਉਹਦੇ ਵਿੱਚ ਸੂਰਜ ਦਾ ਸਰੂਪ ਦਿਖਾਈ ਦਿੰਦਾ। ਧਰਤੀ ਕਠੋਰ ਹੈ, ਨਹੀਂ ਦਿਖਾਈ ਦਿੰਦਾ। ਪਾਣੀ ਜਿਹੜਾ ਇਹ ਦਰਵਣ ਵਾਲਾ ਹੈ, ਨਿਰਮਲ ਹੈ, ਸਵੱਛ ਹੈ, ਉਹਦੇ ਵਿੱਚ ਸੂਰਜ ਦਾ ਸਰੂਪ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਦੁਨੀਆ ਵਿੱਚ ਆਸਤਕ ਨਾਸਤਕ ਦੀ ਜੇ ਗੱਲ ਕਰੀਏ, ਵਾਹਿਗੁਰੂ ਤਾਂ ਸਾਰਿਆਂ ਦੇ ਉੱਤੇ ਹੀ ਕਿਰਪਾ ਕਰਦਾ, ਵਸਦਾ ਸਾਰਿਆਂ ਵਿੱਚ, ਸਭ ਨੂੰ ਰਿਜ਼ਕ ਦਿੰਦਾ। ਉਹ ਕਿਸੇ ਨੂੰ ਰੋਜੀ ਰੋਟੀ ਦਿੱਤੇ ਬਿਨਾ ਰੋਕ ਰੂਹਾਨ ਕੀ ਰੋਜੀ ਨਾ ਟਾਰਾ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। 10ਵੇਂ ਪਾਤਸ਼ਾਹ ਦੀ ਬਾਣੀ ਵਿੱਚ ਬਚਨ ਆਉਂਦੇ। ਉਹ ਸਾਰਿਆਂ ਨੂੰ ਹੀ ਦਿੰਦਾ ਰਿਜ਼ਕ, ਪਰ ਫਰਕ ਕਿੱਥੇ ਆ ਉਹਦੀ ਕਿਰਪਾ ਦਾ? ਵੀ ਇੱਕ ਤਾਂ ਜਲ ਦੇ ਵਾਂਗ ਜਿਨ੍ਹਾਂ ਦਾ ਪਵਿੱਤਰ ਹਿਰਦਾ, ਉੱਥੇ ਉਹ ਸਾਖਸ਼ਾਤ ਹੋ ਜਾਂਦਾ, ਪ੍ਰਗਟ ਹੋ ਜਾਂਦਾ, ਅਨੁਭਵ ਹੋਣ ਲੱਗ ਪੈਂਦਾ, ਉਹਦਾ ਸਰੂਪ ਦਿਖਾਈ ਦੇਣ ਲੱਗ ਪੈਂਦਾ, ਉਹਨਾਂ ਦੀ ਸ਼ਰਧਾ ਭਾਵਨਾ ਧਰਮ ਤੇ ਬਣ ਜਾਂਦੀ ਹੈ। ਤੇ ਜਿਹੜੇ ਧਰਤੀ ਵਾਂਗੂ ਕਠੋਰ ਹਿਰਦਿਆਂ ਵਾਲੇ ਆ ਭਾਈ, ਉੱਥੇ ਉਹ ਵਾਹਿਗੁਰੂ ਕਿਰਪਾ ਤਾਂ ਕਰਦਾ, ਪਰ ਉਹਨਾਂ ਨੂੰ ਕਿਰਪਾ ਦਿਖਾਈ ਨਹੀਂ ਦਿੰਦੀ। ਜਿਵੇਂ ਮਿੱਟੀ ਦੇ ਵਿੱਚ ਕਿਰਪਾ ਨਹੀਂ ਦਿਖਾਈ ਦਿੰਦੀ, ਧਰਤੀ ਦੇ ਉੱਤੇ ਪਾਣੀ ਵਿੱਚ ਦਿਖਾਈ ਦਿੰਦਾ ਸੂਰਜ ਦਾ ਸਰੂਪ। ਇਸੇ ਪ੍ਰਕਾਰ ਵਾਹਿਗੁਰੂ ਉਹ ਦਵੈਸ਼ ਕਿਸੇ ਨਾਲ ਨਹੀਂ ਰੱਖਦਾ। ਉਹਦਾ ਜਿਹੜਾ ਸਰੂਪ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਮਹਾ ਮੰਤਰ ਵਿੱਚ ਉਚਾਰਨ ਕੀਤਾ ਕਿ ਉਹ ਇੱਕ ਹੈ, ਅਦੁੱਤੀ ਹੈ, ਦਵੈਤ ਤੋਂ ਰਹਿਤ ਹੈ, ਸਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ। ਸਮੇਂ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਪੈਂਦਾ।
ਇਸੇ ਤਰ੍ਹਾਂ ਜਗ੍ਹਾ ਦਾ ਕੋਈ ਅਸਰ ਨਹੀਂ ਪੈਂਦਾ। ਸੋ ਸਾਧ ਸੰਗਤ ਜੀ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਦਵੈਤ ਤੋਂ ਰਹਿਤ ਹੈ, ਓੰਕਾਰ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਪ੍ਰਕਾਸ਼ਕ ਤਾਂ ਸੂਰਜ ਵੀ ਹੈ, ਸੂਰਜ ਵੀ ਰੋਸ਼ਨੀ ਦਿੰਦਾ, ਚੰਦਰਮਾ ਵੀ, ਟਟਹਿਣਾ ਵੀ, ਇਹ ਖਟ ਜੋਤੀਆਂ ਮੰਨੀਆਂ ਗਈਆਂ। ਪਰ ਇਹ ਖਟ ਜੋਤੀਆਂ ਇਹ ਪਰਤੇ ਪ੍ਰਕਾਸ਼ ਆ, ਆਪਣੇ ਆਪ ਤੋਂ ਪ੍ਰਕਾਸ਼ ਨਹੀਂ ਹੈ। ਉਹ ਵਾਹਿਗੁਰੂ, ਉਹ ਸਾਧ ਸੰਗਤ ਆਪਣੇ ਆਪੇ ਤੋਂ ਪ੍ਰਕਾਸ਼ ਹੈ। ਉਹਨੂੰ ਕਿਸੇ ਉਜਾਲੇ ਦੀ, ਕਿਸੇ ਪਿੱਛੇ ਸੋਰਸ ਦੀ ਲੋੜ ਨਹੀਂ ਹੈ। ਆ ਬਲਬ, ਟਿਊਬਾਂ, ਲਾਈਟਾਂ ਜਗਦੀਆਂ, ਪਿੱਛੇ ਸੋਰਸ ਬਿਜਲੀ ਆ ਰਹੀ ਹੈ ਤਾਂ ਜਗਦੀਆਂ ਨਾ, ਜਦੋਂ ਚਲੇ ਜਾਂਦੀ ਆ ਤੇ ਬੰਦ ਹੋ ਜਾਂਦੇ ਆ। ਪਰ ਵਾਹਿਗੁਰੂ ਨੂੰ ਕੋਈ ਪ੍ਰਕਾਸ਼, ਕੋਈ ਰੌਸ਼ਨੀ ਪਿੱਛੋਂ ਨਹੀਂ ਦੇ ਰਿਹਾ। ਉਹ ਆਪ ਵੀ ਸਹਿ ਭੰਗ ਹੈ, ਆਪਣੇ ਆਪੇ ਤੋਂ ਪ੍ਰਕਾਸ਼ ਹੈ, ਤੇ ਓੰਕਾਰ ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਹੈ। ਇਸੇ ਪ੍ਰਕਾਰ ਸਤਨਾਮ, ਉਹਦਾ ਨਾਮ ਸਤ ਹੈ। ਸਤ ਕਿਸ ਵਸਤੂ ਨੂੰ ਕਿਹਾ ਜਾਂਦਾ? ਜਿਸ ਉੱਤੇ ਕਾਲ ਦਾ, ਸਮੇਂ ਦਾ ਕੋਈ ਪ੍ਰਭਾਵ ਨਾ ਪਵੇ, ਪ੍ਰੈਜ਼ੈਂਟ ਦਾ, ਪਾਸਟ ਦਾ, ਫਿਊਚਰ ਦਾ, ਭੂਤਕਾਲ ਦਾ, ਭਵਿੱਖਤ ਕਾਲ ਦਾ, ਵਰਤਮਾਨ ਸਮੇਂ ਦਾ ਅਸਰ ਨਾ ਹੋਵੇ। ਕਿਉਂਕਿ ਆਪਾਂ ਸਾਰੇ ਕਾਲ ਦੇ ਅਧੀਨ ਆ, ਸਮੇਂ ਦੇ ਅਧੀਨ ਆ। ਬਚਪਨ ਵਿੱਚ ਸਾਡਾ ਸਰੀਰ ਹੋਰ ਤਰ੍ਹਾਂ ਦਾ ਹੁੰਦਾ, ਸੁਭਾਅ ਬੋਲਬਾਣੀ ਹੋਰ ਤਰ੍ਹਾਂ ਦੀ ਹੁੰਦੀ ਹੈ, ਜਵਾਨ ਹੁੰਦੇ ਆ ਹੋਰ ਤਰ੍ਹਾਂ ਦੇ ਹੋ ਜਾਂਦੇ ਆ, ਹੋਰ ਤਰ੍ਹਾਂ ਦੀ ਦਿੱਖ ਹੋ ਜਾਂਦੀ ਆ। ਬਜ਼ੁਰਗ ਹੁੰਦਾ ਸਰੀਰ ਤੇ ਉਸ ਵੇਲੇ ਸਮੇਂ ਦਾ ਅਸਰ ਹੁੰਦਾ, ਸਰੀਰ ਉਹੀ ਹੁੰਦਾ ਹੈ, ਲੱਤਾਂ ਤੁਰਨੋਂ ਜਵਾਬ ਦੇ ਜਾਂਦੀਆਂ, ਨੇਤਰ ਉਹੀ ਹੈ, ਅੱਖਾਂ ਦੇਖਣੋਂ ਜਵਾਬ ਦੇ ਦਿੰਦੀਆਂ, ਕੰਨ ਉਹੀ ਹੈ ਪਰ ਸੁਣਨੋਂ ਜਵਾਬ ਦੇ ਜਾਂਦੇ ਆ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂਗਰ ਭਵੇ ਓਮ, ਅੱਜ ਫਰੀਦਾ ਕੂਜੜਾ ਸਹਿ ਕੋ ਹਾਥੀ ਓਮ। ਨੇੜੇ ਪਿਆ ਪਾਣੀ ਦਾ ਘੜਾ ਵੀ ਐਵੇਂ ਲੱਗਦਾ ਵੀ 100 ਕੋਹ 'ਤੇ ਪਿਆ। ਸਰੀਰ ਤਾਂ ਉਹੀ ਹੈ ਨਾ, ਪਰ ਸਮੇਂ ਦਾ ਅਸਰ ਹੋਇਆ। ਔਰ ਸਮੇਂ ਦੇ ਅਧੀਨ ਇਕੱਲੇ ਮਨੁੱਖ ਨਹੀਂ, ਸਾਰੀ ਸ੍ਰਿਸ਼ਟੀ, ਜੀਵ ਜੰਤੂਆਂ ਤੋਂ ਲੈ ਕੇ ਦੇਵੀ ਦੇਵਤੇ ਤੱਕ ਸਮੇਂ ਦੇ ਅਧੀਨ ਹੈ। 3 ਪ੍ਰਮੁੱਖ ਦੇਵਤੇ ਸਨਾਤਨ ਮਤ ਵਾਲਿਆਂ ਨੇ ਮੰਨੇ ਆ, ਸ਼ਿਵ ਜੀ, ਵਿਸ਼ਨੂੰ ਤੇ ਬ੍ਰਹਮਾ। ਤੇ ਸਤਿਗੁਰੂ 10ਵੇਂ ਪਾਤਸ਼ਾਹ ਦੀ ਬਾਣੀ ਪੜ੍ਹੋ, ਚੌਪੀ ਸਾਹਿਬ ਦਾ ਆਪਾਂ ਜਾਪ ਨਿੱਤਾ ਪ੍ਰਤੀ ਪੜ੍ਹਦੇ ਸੁਣਦੇ ਆ। ਸਤਿਗੁਰੂ ਕਹਿੰਦੇ ਉਹ ਵੀ ਕਾਲ ਦੇ ਅਧੀਨ ਹੈ। ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਵਾਹਿਗੁਰੂ ਨੇ ਸਾਰਾ ਕਾਲ ਦਾ ਹੀ ਤਮਾਸ਼ਾ, ਕਾਲ ਦੀ ਖੇਡ ਰਚੀ ਹੋਈ ਹੈ ਸਮੇਂ ਦੀ। ਸਮੇਂ ਦਾ ਅਸਰ ਸਾਰਿਆਂ ਉੱਤੇ ਹੈ, ਸਾਰੇ ਸਮੇਂ ਦੇ ਕਾਲ ਦੇ ਅਧੀਨ ਹੈ। ਜਿਹੜਾ ਕਾਲ ਦੇ, ਸਮੇਂ ਦੇ ਅਧੀਨ ਨਹੀਂ ਹੈ, ਉਹ ਇੱਕੋ ਇੱਕ ਵਾਹਿਗੁਰੂ ਹੈ। ਇਸ ਕਰਕੇ ਉਹਨੂੰ ਸਤ ਕਿਹਾ ਜਾਂਦਾ। ਤਰਈ ਕਾਲ ਆਬਾਦ ਤਵੰਗ, ਸਤ ਤਵੰਗ ਵੇਦ ਦਾ ਬਚਨ ਹੈ। ਜਿਹੜਾ ਤਿੰਨੇ ਕਾਲਾਂ ਤੋਂ ਰਹਿਤ ਹੈ, ਤਿੰਨੇ ਸਮਿਆਂ ਦਾ ਜਿਸ ਉੱਤੇ ਕੋਈ ਅਸਰ ਨਹੀਂ, ਉਹਨੂੰ ਸਤ ਕਿਹਾ ਜਾਂਦਾ। ਤੇ ਨਾਮ ਜੋ ਪ੍ਰਸਿੱਧ ਹੈ, ਜਿਹਦਾ ਨਾਮ ਹੈ, ਆਪਾਂ ਕਹਿੰਦੇ ਫਲਾਣੇ ਬੜੇ ਬੰਦੇ ਦਾ ਬੜਾ ਨਾਮ ਹੈ, ਵੀ ਉਹ ਪ੍ਰਸਿੱਧ ਬਹੁਤ ਆ। ਕਿਸੇ ਨੂੰ ਕੋਈ ਕਿਤੇ ਜਾਣਦਾ ਹੋਵੇਗਾ, ਕੋਈ ਕਿਸੇ ਨੂੰ ਕਿਤੇ ਦੂਜੀ ਜਗ੍ਹਾ ਨਹੀਂ ਜਾਣਦਾ ਹੁੰਦਾ, ਪਰ ਪਰਮਾਤਮਾ ਨੂੰ ਤਾਂ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਲੋਕ, ਸਾਰੇ ਜੀਵ ਜੰਤੂ ਹੀ ਜਾਣਦੇ ਆ ਨਾ, ਕਿ ਪਰਮਾਤਮਾ ਹੈ, ਨਿਆਰੀ ਹੋਂਦ ਹਸਤੀ ਵਾਲਾ ਹੈ। ਸੋ ਇਸ ਪ੍ਰਕਾਰ ਕਾਲ ਤੋਂ ਰਹਿਤ ਜਿਸ ਦਾ ਸਰੂਪ ਹੈ, ਮੂਰਤ ਹੈ, ਜਿਸ ਵਾਹਿਗੁਰੂ ਦਾ ਨਾਮ ਹੈ ਕਰਤਾ ਪੁਰਖ, ਫਿਰ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਕ੍ਰੀਏਟਰ ਹੈ, ਰਚਣ ਵਾਲਾ ਹੈ। ਸਾਰੀ ਸ੍ਰਿਸ਼ਟੀ ਨੂੰ ਉਹ ਵਾਹਿਗੁਰੂ ਨੇ ਰਚਿਆ, ਆਪ ਆਪਣੇ ਆਪ ਤੋਂ ਹੀ ਹੈ। ਉਹਨੂੰ ਕਿਸੇ ਨੇ ਰਚਿਆ ਨਹੀਂ, ਉਹਦਾ ਕੋਈ ਮਾਤਾ ਪਿਤਾ ਨਹੀਂ ਹੈ। ਪਰ ਸੰਸਾਰੀ ਜੀਵਾਂ ਦਾ, ਸਾਰਿਆਂ ਦਾ ਹੀ ਕੋਈ ਨਾ ਕੋਈ ਮਾਂ ਪਿਓ ਜ਼ਰੂਰ ਹੁੰਦਾ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਉਹ ਵਾਹਿਗੁਰੂ ਸਭ ਦਾ ਕਰਤਾ, ਰਚਨਹਾਰ ਹੈ ਤੇ ਪੁਰਖ। ਇਸ ਯੁੱਗ ਮੈਂ ਪੁਰਖ ਏਕ ਹੈ, ਔਰ ਸਗਰੀ ਨਾਰ ਸਵਾਈ। ਉਹ ਇੱਕੋ ਇੱਕ ਮਰਦ ਹੈ, ਬਾਕੀ ਸਾਰੇ ਭਾਵੇਂ ਮਰਦ ਕੈਟਾਗਰੀ ਵਿੱਚ ਮਨੁੱਖਾਂ ਦੇ ਮੇਲ ਫੀਮੇਲ ਆਪਾਂ ਸਾਰੇ ਹਾਂ, ਪਰ ਉਹ ਵਾਹਿਗੁਰੂ ਦੀ ਨਜ਼ਰ ਵਿੱਚ ਆਪਾਂ ਸਾਰੇ ਇਸਤਰੀਆਂ ਹਾਂ। ਉਹ ਵਾਹਿਗੁਰੂ ਦੀਆਂ ਇਸਤਰੀਆਂ ਹੀ ਆਪਾਂ ਜੀਵ ਜਿੰਨੇ ਆ। ਇੱਕੋ ਇੱਕ ਵਾਹਿਗੁਰੂ ਮਰਦ ਹੈ, ਉਹ ਪੁਰਖ ਹੈ। ਤੇ ਇਸੇ ਤਰ੍ਹਾਂ ਪੂਰਨਾਮੀ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਉਚਾਰਦੇ ਹਨ, ਨਿਰਭਉ, ਉਹ ਜਿਹੜਾ ਵਾਹਿਗੁਰੂ ਹੈ ਉਹ ਭੈ ਤੋਂ ਰਹਿਤ ਆ, ਉਹਨੂੰ ਕਿਸੇ ਦਾ ਡਰ ਨਹੀਂ। ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਆਪਾਂ ਸਾਰੇ ਡਰ ਦੇ ਅਧੀਨ ਹੈ। ਕੋਈ ਕਿਸੇ ਤੋਂ ਡਰਦਾ, ਕੋਈ ਕਿਸੇ ਤੋਂ ਡਰਦਾ। ਕਿਤੇ ਨੌਕਰੀ ਕਰਨ ਵਾਲਾ ਉਹ ਆਪਣੇ ਬੌਸ ਤੋਂ ਡਰਦਾ, ਉਹ ਬੌਸ ਦੇ ਉੱਤੇ ਕੋਈ ਹੋਰ ਬੌਸ ਹੁੰਦਾ ਉਹ ਤੋਂ ਡਰਦਾ। ਕੋਈ ਅਫਸਰ ਬਣ ਗਿਆ, ਉਹਦੇ ਉੱਤੇ ਕੋਈ ਹੋਰ ਅਫਸਰ ਹੁੰਦਾ। ਤੇ ਸਾਧ ਸੰਗਤ ਜੀ, ਕੋਈ ਮੰਤਰੀ ਦਾ ਫੋਨ ਨਾ ਆ ਜੇ ਉਹ ਡਰਦਾ, ਮੰਤਰੀ ਤੋਂ ਅੱਗੇ ਉਹ ਮੁੱਖ ਮੰਤਰੀ ਤੋਂ ਡਰਦਾ, ਮੁੱਖ ਮੰਤਰੀ ਅੱਗੇ ਕਿਸੇ ਹੋਰ ਦੇ ਕੰਟਰੋਲ ਵਿੱਚ ਆ। ਇਸੇ ਤਰ੍ਹਾਂ ਸਾਧ ਸੰਗਤ ਜੀ ਸਾਰੇ ਹੀ ਪਰਿਵਾਰਕ ਸੰਬੰਧਾਂ ਦੇ ਵਿੱਚ ਦੇਖ ਲਓ, ਬੱਚਾ ਮਾਂ ਪਿਓ ਤੋਂ ਡਰਦਾ,
ਜਦੋਂ ਬੱਚੇ ਵੱਡੇ ਹੋ ਜਾਂਦੇ ਆ ਤੇ ਉਹ ਵੱਡੇ ਹੋਏ ਬੱਚਿਆਂ ਤੋਂ ਫਿਰ ਮਾਂ ਪਿਓ ਡਰਦੇ ਆ ਵੀ ਇਹ ਕਿਤੇ ਕੱਲ੍ਹ ਨੂੰ ਸਾਡੀ ਕੋਈ ਨਰਾਦਰੀ ਨਾ ਕਰ ਦੇਣ, ਕੋਈ ਐਸਾ ਵਚਨ ਨਾ ਕਹਿ ਦੇਣ, ਸਾਰੀ ਜ਼ਿੰਦਗੀ ਦੀ ਬਣੀ ਬਣਾਈ ਇੱਜ਼ਤ ਨਾ ਮਿੱਟੀ ਵਿੱਚ ਮਿਲਾ ਦੇਣ। ਕੋਈ ਸਾਧ ਸੰਗਤ ਜੀ ਆਪਣੀ ਘਰਵਾਲੀ ਤੋਂ ਡਰਦਾ, ਕੋਈ ਘਰਵਾਲੀ ਘਰਵਾਲੇ ਤੋਂ ਡਰਦੀ ਹੈ। ਕਿਸੇ ਨਾ ਕਿਸੇ ਦਾ ਹਰੇਕ ਬੰਦੇ ਨੂੰ ਡਰ ਹੈ। ਤੇ ਜਿਹੜਾ ਸਾਧ ਸੰਗਤ ਕੋਈ ਪਰਿਵਾਰਕ ਨਹੀਂ ਡਰਦਾ, ਉਹਦਾ ਕੋਈ ਨਾ ਕੋਈ ਦੁਸ਼ਮਣ ਹੋਵੇਗਾ, ਉਹ ਤੋਂ ਡਰਦਾ। ਕੋਈ ਕਰੋਪੀ ਨਾ ਕੁਦਰਤੀ ਪੈ ਜਾਵੇ, ਉਹ ਤੋਂ ਬੰਦਾ ਡਰਦਾ। ਹਰ ਇੱਕ ਨੂੰ ਡਰ ਹੈ, ਹਰ ਇੱਕ ਡਰ ਦੇ ਅਧੀਨ ਹੈ। ਪਰ ਇੱਕ ਵਾਹਿਗੁਰੂ ਹੈ ਜਿਹੜਾ ਸਾਧ ਸੰਗਤ ਜੀ ਭਉ ਤੋਂ ਰਹਿਤ ਹੈ। ਬਾਕੀ ਤਾਂ ਦੇਵੀ ਦੇਵਤੇ, ਧਰਤੀ, ਆਕਾਸ਼, ਪਤਾਲ, ਸਾਰੇ ਤੱਤ, ਭੈ ਵਿੱਚ ਅਗਨ ਵਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਸਾਰੇ ਭੈ ਵਿੱਚ ਹੈ। ਰਾਜੇ ਇੰਦਰ ਵਰਗੇ ਦੇਵੀ ਦੇਵਤੇ ਸਾਰੇ ਵਾਹਿਗੁਰੂ ਦੇ ਭੈ ਦੇ ਵਿੱਚ ਆ। ਭਉ ਤੋਂ ਰਹਿਤ ਕੋਈ ਨਹੀਂ, ਇੱਕੋ ਇੱਕ ਵਾਹਿਗੁਰੂ ਹੈ ਜਿਹੜਾ ਨਿਰਭਉ ਹੈ। ਫਿਰ ਨਿਰਭਉ ਹੋਣ ਦੇ ਨਾਲ ਨਾਲ ਉਹਦਾ ਕਿਸੇ ਨਾਲ ਵੈਰ ਨਹੀਂ। ਜਿਹੜਾ ਬੰਦਾ ਨਿਰਭਉ ਹੋ ਜੇ, ਨਿਡਰ ਹੋ ਜੇ, ਉਹ ਦੂਜਿਆਂ ਨੂੰ ਆਪਣੇ ਅਧੀਨ ਕਰਨ ਦੀ ਸੋਚਦਾ, ਵੈਰ ਪਾਲਣ ਲੱਗ ਪੈਂਦਾ ਬਈ ਹੁਣ ਮੈਂ ਸਾਰਿਆਂ ਨੂੰ ਆਪਣੇ ਅਧੀਨ ਕਰ ਲਾਂ, ਮੈਨੂੰ ਕਿਸੇ ਦਾ ਡਰ ਨਹੀਂ ਹੈ। ਪਰ ਉਹ ਵਾਹਿਗੁਰੂ ਵਿੱਚ ਐਸਾ ਵੀ ਗੁਣ ਨਹੀਂ ਹੈ, ਉਹ ਕਿਸੇ ਨਾਲ ਵੈਰ ਵੀ ਨਹੀਂ ਕਰਦਾ, ਉਹ ਨਿਰਵੈਰ ਹੈ। ਅਕਾਲ ਕਾਲ ਤੋਂ ਰਹਿਤ ਹੈ, ਮੂਰਤ ਹੋਂਦ ਹਸਤੀ ਵਾਲਾ ਹੈ। ਇਹ ਨਹੀਂ ਵੀ ਉਹ ਕਲਪਨਾ ਮਾਤਰ ਹੈ, ਉਹਦੀ ਹੋਂਦ ਵੀ ਹੈ। ਅਕਾਲ ਮੂਰਤ, ਕਾਲ ਤੋਂ ਰਹਿਤ ਹਸਤੀ ਹੈ ਉਸਦੀ। ਅਜੂਨੀ ਜੂਨਾਂ ਦੇ ਵਿੱਚ ਨਹੀਂ ਆਉਂਦਾ, ਸੋ ਮੁਖ ਜਲੋ ਜਿਤ ਕਹੋ ਠਾਕੁਰ ਜੋਨੀ। ਆਪਾਂ ਸਾਰੇ ਜੂਨਾਂ ਵਿੱਚ ਮਾਤਾ ਦੇ ਉਦਰ ਤੋਂ ਜਨਮ ਲੈਂਦੇ ਹਾਂ। ਮਾਤਾ ਪਿਤਾ ਦੇ ਸੰਜੋਗ ਦੇ ਨਾਲ ਮਾਂ ਕੀ ਰਕਤ ਪਿਤਾ ਵਿਦ ਧਾਰਾ, ਮੂਰਤ ਸੂਰਤ ਕਰ ਅਪਾਰਾ। ਪਰ ਉਹ ਵਾਹਿਗੁਰੂ ਜਿਹੜਾ ਉਹ ਜੂਨਾਂ ਵਿੱਚ ਨਹੀਂ ਆਉਂਦਾ, ਆਪਣੇ ਆਪੇ ਤੋਂ ਹੀ ਪ੍ਰਕਾਸ਼ ਹੈ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤੀ ਉਸ ਦੀ ਹੁੰਦੀ ਹੈ। ਅੱਜ ਤੱਕ ਜਿਹਨੂੰ ਵੀ ਮਿਲਿਆ ਗੁਰੂ ਦੀ ਕਿਰਪਾ ਨਾਲ ਹੀ ਮਿਲਿਆ। ਨਿਗੁਰੇ ਨੂੰ ਅੱਜ ਤੱਕ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕਿਸੇ ਨੂੰ ਵੀ ਹੋਈ। ਔਰ ਇਸੇ ਪ੍ਰਕਾਰ ਗੁਰ ਉਹ ਜਿਹੜਾ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ, ਸਤਚਿਤ ਆਨੰਦ ਸਰੂਪ, ਉਹ ਵਾਹਿਗੁਰੂ ਪਰਮੇਸ਼ਰ ਹੈ। ਸਤਿਗੁਰੂ ਨੇ ਇਹ ਮਹਾ ਮੰਤਰ ਆਪਣੇ ਮੁਖੋਂ ਪੜ੍ਹਿਆ, ਉਚਾਰਨ ਕੀਤਾ ਹੈ। ਇਹ ਮਹਾ ਮੰਤਰ ਇੱਥੇ ਭਾਈ ਸਾਹਿਬ ਨੇ ਸ਼ਲੋਕ ਲਿਖਿਆ ਕਿ ਇਹ ਸ਼ਲੋਕ ਚੰਗੇ ਭਲੇ ਤਰੀਕੇ ਦੇ ਨਾਲ ਸਤਿਗੁਰੂ ਨੇ ਆਪਣੇ ਮੁਖੋਂ ਪੜ੍ਹਿਆ ਤੇ ਨਾਲ ਹੀ ਹੁਕਮ ਕੀਤਾ ਮੈਨੂੰ ਤੇ ਭਾਈ ਮਰਦਾਨੇ ਨੂੰ, ਦੋਵਾਂ ਨੂੰ। ਭਾਈ ਬਾਲਾ ਜੀ ਕਹਿੰਦੇ, ਸਤਿਗੁਰੂ ਕਹਿਣ ਲੱਗੇ ਆਓ ਸਾਡੇ ਪਿੱਛੇ ਪਿੱਛੇ ਆ ਜਾਓ। ਕਿਉਂ ਕਹਿ ਕੇ ਸਾਗਰ ਦੇ ਉੱਤੇ ਸਤਿਗੁਰੂ ਜੀ ਗੁਣਾਂ ਦੀ ਖਾਣ। ਸਤਿਗੁਰੂ ਜੀ ਤੁਰ ਪਏ ਪਾਣੀ ਦੇ ਉੱਤੇ ਉੱਤੇ। ਸਤਿਗੁਰੂ ਦੇ ਚਰਨਾਂ ਨੂੰ ਤੇ ਨਾ ਸਾਡੇ ਪੈਰਾਂ ਨੂੰ ਪਾਣੀ ਛੂਹਿਆ ਤੱਕ ਨਹੀਂ। ਸਤਿਗੁਰੂ ਸਾਹਿਬ ਜੀ ਦੇ ਪਿੱਛੇ ਪਿੱਛੇ ਮੈਂ ਭਾਈ ਬਾਲਾ ਤੇ ਮੇਰੇ ਨਾਲ ਭਾਈ ਮਰਦਾਨਾ। ਜਿਵੇਂ ਸਤਿਗੁਰੂ ਇਹ ਮਹਾ ਮੰਤਰ ਪੜ੍ਹਦੇ ਚਲੇ, ਇਉਂ ਅਸੀਂ ਵੀ ਮਹਾ ਮੰਤਰ ਪੜ੍ਹਦੇ ਪੜ੍ਹਦੇ ਪਾਣੀ ਦੇ ਉੱਤੇ ਇਉਂ ਤੁਰੇ ਜਾ ਰਹੇ ਹਾਂ ਜਿਵੇਂ ਕੋਈ ਧਰਤੀ ਉੱਤੇ ਤੁਰਦਾ ਹੋਵੇ। ਸਤਿਗੁਰੂ ਜੀ ਦੇ ਪਿੱਛੇ ਪਿੱਛੇ ਅਸੀਂ ਵੀ ਚੱਲ ਪਏ। ਤੇ ਸਾਡੇ ਪੈਰ ਸਤਿਗੁਰੂ ਸਾਹਿਬ ਜੀ ਦੇ ਚਰਨ ਬਿਲਕੁਲ ਵੀ ਪਾਣੀ ਦੇ ਨਾਲ ਭਿੱਜੇ ਨਹੀਂ। ਇਉਂ ਸਤਿਗੁਰੂ ਜਿਹੜੇ ਸੰਸਾਰ ਨੂੰ ਤਾਰਨ ਵਾਲੇ ਆ, ਜਹਾਜ਼ਵਤ ਹਨ, ਉਹਨਾਂ ਨੇ ਕਿਰਪਾ ਕੀਤੀ। ਅਸੀਂ ਚੱਲਦੇ ਚੱਲਦੇ ਪਾਣੀ ਦੇ ਉੱਤੇ ਉੱਤੇ ਤਰਦੇ ਹੋਏ, ਤੁਰਦੇ ਹੋਏ ਕਿਸ ਜਗ੍ਹਾ ਪਹੁੰਚੇ ਜਿੱਥੇ ਇੱਕ ਟਾਪੂ ਸੀ। ਨਾਮ ਜਪਾਇਓ ਸੰਕਟ ਕਾਪੂ। ਇਸ ਟਾਪੂ ਦੇ ਉੱਤੇ, ਟਾਪੂ ਸਾਧ ਸੰਗਤ ਜੀ ਸਮੁੰਦਰ ਦੇ ਵਿਚਕਾਰ ਜਿੱਥੇ ਉੱਚੀ ਜਗ੍ਹਾ ਹੋਵੇ, ਧਰਤੀ ਹੋਵੇ ਨਾ, ਉਹਨੂੰ ਟਾਪੂ ਕਿਹਾ ਜਾਂਦਾ। ਇਸ ਟਾਪੂ ਦੇ ਉੱਤੇ ਰਹਿਣ ਵਾਲੇ ਜਿਹੜੇ ਕੋਈ ਮਨੁੱਖ ਮਾਤਰ ਸਨ, ਉਹਨਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਮੰਤਰ ਦੀ ਬਖਸ਼ਿਸ਼ ਕੀਤੀ। ਸੰਕਟਾਂ ਨੂੰ ਖਪਾਉਣ ਵਾਲਾ, ਵਿਘਨਾਂ ਨੂੰ ਨਾਸ਼ ਕਰਨ ਵਾਲਾ ਵਾਹਿਗੁਰੂ ਮੰਤਰ ਬਖਸ਼ਿਆ, ਨਾਮ ਜਪਾਇਆ ਰੱਬ ਦਾ। ਇਸ ਟਾਪੂ ਦਾ ਨਾਂ
ਜਿੱਥੇ ਇਹ ਬੰਦਰਗਾਹ ਬਣੀ ਹੋਈ ਸੀ, ਨਾਗਾ ਬੰਦਰ ਸੀ, ਨਾਗਾਪਟਨਮ ਇਸ ਟਾਪੂ ਦਾ, ਇਸ ਬੰਦਰਗਾਹ ਦਾ ਨਾਮ ਸੀ। ਉਹਨੇ ਆਗੇ ਗਾਨੇ ਸੁਭਧਾਮਾ। ਇੱਥੋਂ ਫਿਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਚੱਲ ਪਏ। ਉਦੋਂ ਦੇਸ ਜੈ ਸੰਗਲਾ ਦੀਪਾ। ਕਿੱਧਰ ਨੂੰ ਜਾ ਰਹੇ ਆ? ਜਿੱਧਰ ਸੰਗਲਾ ਦੀਪ ਨਾਂ ਦਾ ਦੇਸ਼ ਹੈ। ਆਉਂਦੇ ਤਾਂ ਕੇ ਜਾਏ ਸਮੀਪਾ। ਇਹ ਸੰਗਲਾ ਦੀਪ ਰਾਜੇ ਸ਼ਿਵਨਾਬ ਨੂੰ ਦਰਸ਼ਨ ਦੇਣ ਵਾਸਤੇ ਜਾ ਰਹੇ ਆ। ਉੱਥੇ ਨੇੜੇ ਜਾ ਪਹੁੰਚੇ। ਰਾਜੇ ਕੇ ਅਰਾਧਨੀ ਕਰਤੈ। ਰਾਜਾ ਸ਼ਿਵਨਾਬ ਜਿਹੜਾ ਦਿਨ ਰਾਤ ਸਤਿਗੁਰੂ ਦੀ ਆਰਾਧਨਾ ਕਰ ਰਿਹਾ ਸੀ, ਯਾਦ ਕਰ ਰਿਹਾ ਸੀ, ਚੇਤੇ ਕਰ ਰਿਹਾ ਸੀ, ਸਿਮਰਨ ਕਰ ਰਿਹਾ ਸੀ ਸਤਿਗੁਰੂ ਦਾ। ਸੋ ਉਸ ਦੀ ਆਰਾਧਨਾ ਕਰਨੇ ਕਰਕੇ, ਯਾਦ ਕਰਨੇ ਕਰਕੇ ਸਤਿਗੁਰੂ ਜੀ ਪਹੁੰਚੇ ਹਨ। ਗਏ ਦੇਸ਼ ਤੈਨ ਸੇਵ ਚਰਕੈ। ਇਹ ਮਨ ਦੇ ਵਿੱਚ ਵਿਚਾਰ ਕੇ ਵੀ ਰਾਜੇ ਨੂੰ ਜਾ ਕੇ ਦਰਸ਼ਨ ਦੇਣੇ ਆ, ਉਹਦੀ ਸੇਵਾ ਲੈਣੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਇਸ ਇਲਾਕੇ ਵਿੱਚ ਪਹੁੰਚ ਗਏ। ਤੇ ਨਿਰਭਉ ਉਪਮਨ ਹੋਤੋ। ਇਸ ਰਾਜੇ ਸ਼ਿਵਨਾਬ ਦੇ ਰਾਜ ਦੇ ਵਿੱਚ, ਸ਼ਹਿਰ ਦੇ ਵਿੱਚ ਇੱਕ ਸਾਧ ਸੰਗਤ ਜੀ ਉਪਵਨ, ਇੱਕ ਬਾਗ ਸੀ। ਸੁਰਗ ਕਰੋ ਤੇ ਦੇ ਥਾਨ। ਪਰ ਇਹ ਜਿਹੜਾ ਬਾਗ ਹੈ ਨਾ, ਇਹ ਹਰਿਆ ਭਰਿਆ ਨਹੀਂ ਸੀ, ਬਿਲਕੁਲ ਸੁੱਕਾ ਹੋਇਆ ਖੜਾ ਸੀ। ਸ੍ਰੀ ਗੁਰ ਪ੍ਰਵਿਸ਼ੇ ਤਾਮ ਸਤਾ ਸਮੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸੁੱਕੇ ਦਰਖਤਾਂ ਵਾਲੇ ਬਾਗ ਦੇ ਵਿੱਚ ਜਾ ਪ੍ਰਵੇਸ਼ ਹੋਏ। ਦਰਸ਼ਨ ਕੇ ਸੁਖਦਾਨ। ਉਹ ਸਤਿਗੁਰੂ ਜੀ ਜਿਹੜੇ ਦਾਸਾਂ ਨੂੰ ਸੁੱਖਾਂ ਦੀ ਦਾਤ ਬਖਸ਼ਣ ਵਾਲੇ ਹਨ। ਪਾਈ ਚਰਨ ਕਮਲ ਜਗ ਤੇ ਨਾ ਪਾਈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਕਮਲਾਂ ਵਰਗੇ ਸੋਹਣੇ ਚਰਨ ਜਦੋਂ ਉਸ ਧਰਤੀ ਉੱਤੇ ਟਿਕਾਏ, ਉਸ ਬਾਗ ਵਿੱਚ ਚਰਨ ਪਾਏ। ਸੋਕੇ ਬਿਡ ਬਹਾਰੇ ਮੈਂ ਆਈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਜੀ ਦੇ ਚਰਨ ਪਾਉਣ ਦੇ ਨਾਲ ਉਹ ਜਿਹੜੇ ਸੁੱਕੇ ਦਰਖਤ ਸਨ ਨਾ ਬਾਗ ਵਿੱਚ, ਉਹ ਹਰੇ ਭਰੇ ਹੋ ਗਏ। ਇਉਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਸਮਰੱਥਾ ਹੈ, ਸ਼ਕਤੀ ਹੈ। ਸੂਕੇ ਹਰੇ ਕੀਏ ਖਿਨ ਮਾਹੇ। ਸਤਿਗੁਰੂ ਸੱਚੇ ਪਾਤਸ਼ਾਹ ਪਲਾਂ ਛਨਾਂ ਵਿੱਚ ਹਰਿਆਂ ਨੂੰ ਸੁੱਕੇ ਕਰ ਸਕਦੇ ਆ। ਇਹ ਸਤਿਗੁਰੂ ਵਿੱਚ ਸਮਰੱਥਾ ਹੈ, ਸ਼ਕਤੀ ਹੈ। ਜਿੱਥੈ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਗੁਰ ਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਜਿੱਥੇ ਸਤਿਗੁਰੂ ਜੀ ਜਾ ਕੇ ਚਰਨ ਪਾ ਦੇਣ, ਉਹ ਜਗ੍ਹਾ ਸ਼ੋਭਨੀਕ ਕਿਉਂ ਨਹੀਂ ਹੋਵੇਗੀ? ਉਹ ਸ਼ੋਭਨੀਕ ਹੋ ਗਈ। ਸਤਿਗੁਰੂ ਦੇ ਚਰਨ ਪਾਉਣ ਦੇ ਨਾਲ ਬਾਗ ਜਿਹੜਾ ਸੀ ਸਾਧ ਸੰਗਤ ਜੀ ਸੁੱਕਾ, ਉਹ ਹਰਾ ਭਰਾ ਹੋ ਗਿਆ ਬਿਲਕੁਲ। ਤੇ ਮੈਨੂੰ ਸਾਧ ਸੰਗਤ ਜੀ ਆ ਸ਼ਬਦ ਬੋਲਦੇ ਨੂੰ ਨਾਲ ਦੀ ਨਾਲ ਚੇਤੇ ਆ ਗਿਆ, ਪਰ ਸ਼ਾਇਦ ਜੇ ਐਤਵਾਰ ਵਾਲੇ ਦਿਨ ਬੇਨਤੀ ਕਰੀਏ ਤਾਂ ਜ਼ਿਆਦਾ ਵਧੀਆ ਰਹੂਗਾ। ਸਤਿਗੁਰੂ ਸਾਹਿਬ ਜੀ ਦੀ ਜਦੋਂ ਆਪਾਂ ਸੁੱਖ ਆਸਣ ਸੇਵਾ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਸਤਿਗੁਰੂ ਸਾਹਿਬ ਜੀ ਦੇ ਸਰੂਪਾਂ ਦੇ ਨਾਲ ਚੱਲ ਕੇ ਸੰਗਤ ਪਿੱਛੇ ਪਿੱਛੇ ਸੱਚਖੰਡ ਸਾਹਿਬ ਤੱਕ ਜਾਂਦੀ ਹੈ। ਉਸ ਵੇਲੇ ਸੇਵਾਦਾਰ ਇਹ ਸ਼ਬਦ ਦਾ ਉਚਾਰਨ ਸੰਗਤ ਰੂਪ ਦੇ ਵਿੱਚ ਗਾਇਨ ਕਰਕੇ ਕਰਦੇ ਆ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ। ਪਰ ਸਾਧ ਸੰਗਤ ਜੀ, ਮੈਂ ਕਾਫੀ ਸਮੇਂ ਤੋਂ ਨੋਟ ਕਰ ਰਿਹਾ ਕਿ ਜਿਹੜਾ ਸੇਵਾਦਾਰ ਅੱਗੇ ਅੱਗੇ ਸੰਗਤ ਦੇ ਬੋਲਦਾ ਹੁੰਦਾ ਨਾ, ਉਹਦੇ ਉਚਾਰਨ ਵਿੱਚ ਕਾਫੀ ਗਲਤੀਆਂ ਹੈ। ਤੇ ਪਿੱਛੇ ਸੁਣਨ ਵਾਲਿਆਂ ਨੇ ਜਿਵੇਂ ਅੱਗੇ ਉਚਾਰਨ ਵਾਲੇ ਨੇ ਬੋਲਣਾ ਉਵੇਂ ਬੋਲ ਦੇਣਾ ਹੁੰਦਾ। ਕੋਈ ਵਿਚਾਰਦਾ ਤਾਂ ਹੈ ਨਹੀਂ ਇੱਥੇ ਵੀ ਆਪਾਂ ਨੂੰ ਉਸੇ ਤਰ੍ਹਾਂ ਬੋਲਣਾ ਚਾਹੀਦਾ ਜਾਂ ਸ਼ੁੱਧ ਤਰੀਕੇ ਨਾਲ ਬੋਲਣਾ ਚਾਹੀਦਾ। ਤੇ ਜਿਹੜਾ ਵਿਸ਼ੇਸ਼ ਕਰਕੇ ਮੈਂ ਪਾਠ ਨੋਟ ਕੀਤਾ ਨਾ, ਜੇ ਉਹ ਗੁਰਮੁਖ ਪਿਆਰੇ ਸੁਣਦੇ ਹੋਣ ਤੇ ਜਾਂ ਸਾਧ ਸੰਗਤ ਜੀ ਆਪਾਂ ਐਤਵਾਰ ਵਾਲੇ ਦਿਨ ਵੀ ਦੁਬਾਰਾ ਇਹ ਬੇਨਤੀ ਕਰ ਦੇਵਾਂਗੇ, ਉਹ ਉਚਾਰਨ ਕਰਦੇ ਆ। ਇੱਥੇ ਨਹੀਂ, ਹੋਰ ਵੀ ਬਹੁਤੀਆਂ ਜਗ੍ਹਾ ਦੇ ਉੱਤੇ ਮੈਂ ਦੇਖਿਆ ਜਿਹੜੇ ਆ ਗੁਰਮੁਖ ਪਿਆਰੇ ਕੋਈ ਵੀਡੀਓ ਸੁਣਨਗੇ ਉਹ ਵੀ ਨੋਟ ਕਰ ਲੈਣ। ਸ਼ਬਦ ਦਾ ਉਚਾਰਨ ਕੀਤਾ ਜਾਂਦਾ, ਜਿੱਥੈ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਧੂਰ ਸ਼ਬਦ ਜਿਹੜਾ ਧੱਦੇ ਨੂੰ ਦੁਲੈਂਕੜ ਨਾਲ ਹੈ, ਧੂਰ ਧੂੜੀ। ਸਤਿਗੁਰੂ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਜਗ੍ਹਾ ਦੀ ਚਰਨ ਧੂੜੀ ਮੁਖ ਨੂੰ ਲਾਈਏ ਅਸੀਂ ਸ਼ਰਧਾ ਨਾਲ, ਇਹ ਅਰਥ ਬਣਦਾ। ਪਰ ਉਚਾਰਨ ਕੀਤਾ ਜਾਂਦਾ ਸੋ ਧੁਰ ਮੁਖ ਲਾਵਾ। ਧੁਰ ਸ਼ਬਦ ਦਾ ਤਾਂ ਅਰਥ ਹੀ ਨਹੀਂ ਬਣਦਾ, ਅਰਥ ਦਾ ਅਨਰਥ ਬਣ ਗਿਆ। ਇੱਕ ਗੁਰਬਾਣੀ ਦੇ ਪਾਠ ਦਾ ਉਚਾਰਨ ਗਲਤ ਹੋ ਗਿਆ, ਦੋ ਗਲਤੀਆਂ ਹੋ ਗਈਆਂ। ਧੁਰ ਤਾਂ ਆਪਾਂ ਕਹਿੰਦੇ ਆ ਵੀ ਧੁਰ ਤੱਕ, ਸਿਰੇ ਤੱਕ, ਵੀ ਆਪਾਂ ਉੱਥੇ ਸਿਰੇ ਤੱਕ ਕੀ ਚੀਜ਼ ਲਾ ਰਹੇ ਆ? ਧੁਰ ਮੁਖ ਲਾਵਾ। ਧੁਰ ਤੱਕ ਮੂੰਹ ਨੂੰ ਲਾ ਲਈਏ, ਕੀ ਲਾ ਲਈਏ? ਕੋਈ ਅਰਥ ਨਹੀਂ ਬਣਦਾ। ਇਸ ਕਰਕੇ ਬੇਨਤੀ ਆ ਭਾਈ,
ਜਿੰਨੇ ਵੀ ਸੇਵਾਦਾਰ ਗੁਰੂ ਮਹਾਰਾਜ ਦੀ ਸੁੱਖ ਆਸਨ ਸੇਵਾ ਕਰਨ ਵੇਲੇ ਸ਼ਬਦ ਉਚਾਰਦੇ ਆ, ਪਹਿਲਾਂ ਤਾਂ ਉਹ ਆਪਣਾ ਪਾਠ ਸ਼ੁੱਧ ਕਰਨ, ਤੇ ਪਿੱਛੇ ਸਾਰੀ ਸੰਗਤ ਵੀ ਇਹ ਪਾਠ ਦਾ ਜ਼ਰੂਰ ਧਿਆਨ ਦੇਵੇ। ਧੁਰ ਮੁਖ ਲਾਵਾ ਪਾਠ ਨਹੀਂ ਹੈ, ਧੂਰ ਮੁਖ ਲਾਵਾ। ਧੂਰ ਮਤਲਬ ਧੂੜੀ, ਧੂੜੀ ਨੂੰ ਮੁਖ ਦੇ ਨਾਲ ਲਾਈਏ। ਸੋ ਇਹ ਪਾਠ ਦਾ ਸ਼ੁੱਧ ਉਚਾਰਨ ਕਰਨਾ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ। ਮੈਂ ਚਾਰੇ ਤੁਕਾਂ ਪੜ੍ਹ ਦਿੰਦਾ ਇੱਕ ਵਾਰੀ, ਕਿਉਂਕਿ ਹੁਣ ਮੈਨੂੰ ਚੇਤਾ ਨਹੀਂ ਬਾਕੀ ਹੋਰ ਕਿਹੜੀਆਂ ਗਲਤੀਆਂ ਬੋਲਣ ਵਿੱਚ ਹੁੰਦੀਆਂ, ਉਦੋਂ ਮੌਕੇ 'ਤੇ ਯਾਦ ਹੁੰਦਾ। ਤੇ ਪਿਛਲੇ ਐਤਵਾਰ ਨੂੰ ਮੈਂ ਸੇਵਾਦਾਰ ਨੂੰ ਕਿਹਾ ਵੀ ਸੀ ਮੈਨੂੰ ਮਿਲ ਕੇ ਜਾਇਓ, ਪਰ ਉਹ ਸੰਗਤ ਦੀ ਭੀੜ ਦੇ ਵਿੱਚ ਇੱਧਰ ਉੱਧਰ ਲੰਘ ਗਏ, ਮਿਲ ਕੇ ਨਹੀਂ ਗਏ ਸਨ। ਦੁਬਾਰਾ ਬੇਨਤੀ ਕਰ ਲਵਾਂਗੇ, ਖੈਰ ਕੋਈ ਗੱਲ ਨਹੀਂ। ਜਿੱਥਾ ਜਾਏ ਬਹਿ ਮੇਰਾ ਸਤਿਗੁਰੂ। ਬਹਿ ਹਾਹੇ ਨੂੰ ਦੁਲਾਵਾਂ ਨਾਲ, ਬਹੇ ਪਾਠ ਨਹੀਂ ਹੈ। ਜਿੱਥਾ ਥੱਥੇ ਨੂੰ ਦੁਲਾਵਾਂ ਨਾਲ, ਜਿੱਥੇ ਨਹੀਂ ਹੈ। ਜਿੱਥਾ ਜਾਏ ਬਹਿ ਮੇਰਾ ਸਤਿਗੁਰੂ। ਸਤਿਗੁਰ ਪਾਠ ਨਹੀਂ ਹੈ, ਸਤਿਗੁਰੂ ਹੈ। ਸੋ ਥਾਨ ਸੁਹਾਵਾ। ਸੁਹਾਵਾ ਬਿੰਦੀ ਤੋਂ ਬਿਨਾਂ ਉਚਾਰਨ ਕਰਨਾ, ਸੁਹਾਵਾ ਨਹੀਂ ਕਰਨਾ। ਮੰਮਾ ਨਹੀਂ ਲਾ ਦੇਣਾ, ਬਾਵੇ ਨੂੰ ਕੰਨੇ ਦੇ ਉੱਤੇ ਬਿੰਦੀ ਨਹੀਂ ਲਾ ਦੇਣੀ। ਸੋ ਥਾਨ ਸੁਹਾਵਾ। ਸੁਹਾਵਾ ਕਹੀਏ ਸ਼ੋਭਾ ਵਾਲਾ, ਸ਼ੋਭਨੀਕ ਹੈ ਉਹ ਜਗ੍ਹਾ। ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਇੱਥੇ ਬਿੰਦੀ ਸਹਿਤ ਹੈ। ਸਿੱਖੀ ਨਾਸਕੀ ਉਚਾਰਨ ਹੋਵੇਗਾ ਨੱਕ ਰਾਹੀਂ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਇੱਥੇ ਵੀ ਬਿੰਦੀ ਤੋਂ ਰਹਿਤ ਹੀ ਉਚਾਰਨ ਕਰਨਾ, ਲਾਵਾ। ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ। ਇੱਥੇ ਵੀ ਧਿਆਵਾ ਨਹੀਂ, ਆਪਣੇ ਵਾਸਤੇ ਨਹੀਂ, ਧਿਆਵਾ ਜਿਨ੍ਹਾਂ ਨੇ ਧਿਆਇਆ। ਜਿਨ ਨਾਨਕ ਸਤਿਗੁਰ ਪੂਜਿਆ। ਜਿਨ੍ਹਾਂ ਨੇ, ਜਨ ਨਾਨਕ ਨਹੀਂ ਇੱਥੇ ਪਾਠ। ਜਿਨ ਨਾਨਕ ਸਤਿਗੁਰ ਪੂਜਿਆ। ਸਤਿਗੁਰ ਪੂਜਿਆ ਇੱਥੇ ਸਤਿਗੁਰੂ ਪੂਜਿਆ ਨਹੀਂ, ਦਲੈਂਕੜ ਨਹੀਂ ਬੋਲਣੀ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਉਹਨਾਂ ਦੀ ਵਾਹਿਗੁਰੂ ਪੂਜਾ ਕਰਾਉਂਦਾ, ਕਰਾਵਾ। ਕਰਾਵਾਂ ਨਹੀਂ, ਕਰਾਵਾਂ ਤਾਂ ਹੁੰਦਾ ਮੈਂ ਉਹਨਾਂ ਦੀ ਪੂਜਾ ਕਰਾਵਾਂ, ਤੇ ਆਪਾਂ ਕਿਹਦੀ ਪੂਜਾ ਕਰਾ ਸਕਦੇ ਹਾਂ ਭਾਈ। ਜਿਨ ਨਾਨਕ ਸਤਿਗੁਰ ਪੂਜਿਆ, ਜਿਨ੍ਹਾਂ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੂਜ ਲਿਆ, ਅਰਾਧ ਲਿਆ, ਸਿਮਰ ਲਿਆ, ਭਾਵਨਾ ਲਿਆਏ, ਤਿੰਨ ਹਰ ਪੂਜ ਕਰਾਵਾ। ਵਾਹਿਗੁਰੂ ਉਹਨਾਂ ਦੀ ਵੀ ਪੂਜਾ ਕਰਾ ਦਿੰਦਾ। ਸੋ ਇਹ ਸ਼ਬਦ ਦਾ ਸ਼ੁੱਧ ਉਚਾਰਨ ਕਰਨਾ। ਦੂਜਾ, ਜਦੋਂ ਗੁਰਮੁਖ ਪਿਆਰੇ ਭਾਵਨਾ ਵਿੱਚ ਆ ਕੇ ਤੇ ਬੜੇ ਜੋਸ਼ ਦੇ ਸਹਿਤ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੇ ਆ। ਸ਼ੁੱਧ ਉਚਾਰਨ ਵਾਵੇ ਨੂੰ ਕੰਨਾ, ਹਾਹੇ ਨੂੰ ਸਿਹਾਰੀ, ਗੱਗੇ ਨੂੰ ਔਂਕੜ ਤੇ ਰਾਰੇ ਨੂੰ ਦੁਲੈਂਕੜ ਨਾਲ ਹੈ। ਵਾਹਿਗੁਰੂ ਵਾਹਿਗੁਰੂ। ਵਾਹੇ ਨਾਮ ਅਸਚਰਜ ਕੋ ਹੋਈ। ਵਾਹਿਗੁਰੂ ਦਾ ਅਰਥ ਹੀ ਅਸਚਰਜ ਹੈ, ਜਿਹੜਾ ਸਾਡੀ ਬੁੱਧੀ ਤੋਂ ਪਰੇ ਹੈ। ਅਸੀਂ ਜਿੱਥੇ ਤੱਕ ਸੋਚ ਨਹੀਂ ਸਕਦੇ, ਜਿੱਥੇ ਤੱਕ ਸਾਡੀ ਗਮਤਾ ਨਹੀਂ ਹੈ, ਪਹੁੰਚ ਨਹੀਂ ਹੈ, ਮਨ ਕਰਕੇ, ਇੰਦਰੀਆਂ ਕਰਕੇ ਸਾਡੀ ਪਹੁੰਚ ਨਹੀਂ ਹੈ, ਉਹਨੂੰ ਵਾਹਿਗੁਰੂ ਕਿਹਾ ਜਾਂਦਾ। ਤੇ ਇੱਥੇ ਉਚਾਰਨ ਕੀ ਹੁੰਦਾ? ਸ਼ੁਰੂ ਦੇ ਵਿੱਚ ਤਾਂ ਇੱਕ ਅੱਧੇ ਵਾਰੀ ਵਾਹਿਗੁਰੂ ਕਹਿੰਦੇ, ਮੁੜ ਕੇ ਵਾਹਿਗੁਰੂ ਬਣ ਜਾਂਦਾ, ਵਾਹਿਗੁਰੂ ਵਾਹਿਗੁਰੂ। ਤੇ ਫਿਰ ਬਹੁਤੇ ਜੋਸ਼ ਦੇ ਵਿੱਚ ਆ ਕੇ ਵੈਗਰ 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 ਇਸ ਤਰ੍ਹਾਂ ਕਰਨ ਲੱਗ ਪੈਂਦੇ ਆ ਗੁਰਮੁਖ ਪਿਆਰੇ। ਉਸੋਂ ਨਾ ਤਾਂ ਸੁਣਨ ਵਾਲਾ ਇਹਨੂੰ ਚੰਗਾ ਲੱਗਦਾ, ਨਾ ਕੋਈ ਰਸ ਵਾਲੀ ਗੱਲ ਬਣਦੀ ਆ। ਇਸ ਕਰਕੇ ਬਹੁਤ ਧਿਆਨ ਦੇਣ ਦੀ ਲੋੜ ਹੈ। ਵਾਹਿਗੁਰੂ 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 ਇਸੇ ਤਰ੍ਹਾਂ ਹੀ ਉਚਾਰਨ ਕਰਨਾ ਚਾਹੀਦਾ। ਔਰ ਸਤਿਗੁਰੂ ਨੇ ਵਾਹਿਗੁਰੂ ਸ਼ਬਦ ਬਖਸ਼ਿਆ, ਵੈਗਰ ਸ਼ਬਦ ਨਹੀਂ ਹੈ ਕੋਈ ਵੀ। ਸੋ ਇਹ ਬੇਨਤੀ ਗੁਰਮੁਖ ਪਿਆਰੇ ਜੇ ਸੁਣਦੇ ਹੋਣ ਤੇ ਪ੍ਰਵਾਨ ਕਰਨ, ਤੇ ਜੇ ਨਹੀਂ ਸੁਣਦੇ ਤੇ ਸੰਗਤ ਉਹਨਾਂ ਨੂੰ ਸੁਨੇਹਾ ਦੇ ਦੇਵੇ। ਪਰ ਫਿਰ ਵੀ ਐਤਵਾਰ ਵਾਲੇ ਦਿਨ ਜੇ ਮੇਰੇ ਧਿਆਨ ਦੇ ਵਿੱਚ ਰਹਿ ਗਿਆ ਤਾਂ ਜ਼ਰੂਰ ਬੇਨਤੀ ਕਰਾਂਗੇ, ਮੈਨੂੰ ਚੇਤਾ ਕਰਾ ਦਿਓ ਐਤਵਾਰ ਵਾਲੇ ਦਿਨ, ਤਾਂ ਕਿ ਸਾਰੀ ਸੰਗਤ ਨੂੰ ਸਮੁੱਚੇ ਰੂਪ ਦੇ ਵਿੱਚ ਇਹ ਬੇਨਤੀ ਪਿਆਰ ਦੇ ਨਾਲ ਕੀਤੀ ਜਾਵੇ। ਕਿਉਂਕਿ ਮਸਲਾ ਗੁਰਬਾਣੀ ਦੀ ਸ਼ੁੱਧਤਾ ਦਾ ਹੈ। ਜੇ ਤਾਂ ਹੋਵੇ ਨਾ ਕਿਸੇ ਬੰਦੇ ਦੀ ਗੱਲ ਵੀ ਤੂੰ ਫਲਾਣੇ ਨੂੰ ਜੀ ਨਹੀਂ ਕਹਿ ਕੇ ਬੁਲਾਇਆ, ਉਹ ਤਾਂ ਆਪਣੀ ਮਰਜ਼ੀ ਹੈ, ਕਹੀਏ ਨਾ ਕਹੀਏ। ਪਰ ਜਿੱਥੇ ਗੁਰਬਾਣੀ ਦੀ ਸ਼ੁੱਧਤਾ ਦੀ ਗੱਲ ਹੈ, ਉੱਥੇ ਗੁਰੂ ਘਰ ਦੇ ਸੇਵਾਦਾਰਾਂ ਦਾ, ਕਥਾਵਾਚਕਾਂ ਦਾ, ਗ੍ਰੰਥੀਆਂ ਦਾ ਸੰਗਤ ਨੂੰ ਦੱਸਣ ਦਾ ਫਰਜ਼ ਬਣਦਾ। ਜੇ ਫਰਜ਼ ਵਿੱਚ ਕੁਤਾਹੀ ਕੀਤੀ ਜਾਂਦੀ ਹੈ ਤੇ ਫਿਰ ਅਸੀਂ ਗੁਰੂ ਦੇ ਦੇਣਦਾਰ ਹਾਂ। ਬੇਨਤੀ ਜ਼ਰੂਰ ਕਰਨੀ ਬਣਦੀ ਆ, ਗਾਂ ਮੰਨਣਾ ਨਾ ਮੰਨਣਾ ਅਗਲੇ ਦੀ ਮਰਜ਼ੀ ਹੁੰਦੀ ਆ। ਸੋ ਇਸ ਕਰਕੇ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਇਹਨਾਂ ਸ਼ਬਦਾਂ ਦਾ ਸ਼ੁੱਧ ਉਚਾਰਨ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸੁੱਕੇ ਹੋਏ ਬਾਗ ਦੇ ਵਿੱਚ ਰਾਜੇ ਸ਼ਿਵਨਾਭ ਦੇ ਸੰਗਲਾਦੀਪ ਰਾਜ ਦੇ ਵਿੱਚ ਪਹੁੰਚੇ ਆ, ਪ੍ਰਵੇਸ਼ ਹੋਏ ਆ। ਸਤਿਗੁਰੂ ਨੇ ਜਿੱਥੇ ਚਰਨ ਪਾਏ ਆ, ਉਹ ਜਗ੍ਹਾ, ਉਹ ਬਾਗ, ਜਿਹੜੇ ਬੂਟੇ ਸੁੱਕੇ ਖੜੇ ਸਨ, ਖੜ ਸੁੱਕ ਸਨ, ਉਹ ਹਰੇ ਭਰੇ ਹੋ ਗਏ। ਸੁੰਦਰ ਸ਼ਾਖਾ ਦਲ ਫਲ ਫੂਲਾ। ਸੁੰਦਰ ਸ਼ਾਖਾ ਟਾਹਣੀਆਂ ਉਹਨਾਂ ਦੀਆਂ ਸਾਧ ਸੰਗਤ ਜੀ ਸੋਹਣੇ ਪੱਤਿਆਂ ਦੇ ਨਾਲ ਫਲ ਗਈਆਂ, ਸੋਹਣੇ ਫੁੱਲ ਉਹਨਾਂ ਦੇ ਉੱਤੇ ਲੱਗ ਗਏ। ਇਸ ਤਰ੍ਹਾਂ ਫਲ ਲੱਗ ਗਏ। ਸੋਧ ਭਾਸਵ ਮਨ ਅਨੁਕੂਲਾ। ਸੋ
ਬੜੇ ਸ਼ੋਭਾ ਵਾਲਾ ਜਿਹੜਾ ਇਹ ਸਾਰਾ ਬਾਗ ਬਣ ਗਿਆ ਹੈ। ਅਨੁਕੂਲਾ, ਮਨ ਨੂੰ ਚੰਗਾ ਲੱਗਣ ਵਾਲਾ, ਭਾਉਣ ਵਾਲਾ, ਸੋਹਣਾ ਲੱਗਣ ਵਾਲਾ ਇਹ ਸਾਰਾ ਬਾਗ ਹਰਾ ਭਰਾ ਹੋ ਗਿਆ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਉੱਥੇ ਪਹੁੰਚਦੇ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪ੍ਰੀਖਿਆ ਜਿਵੇਂ ਇਹ ਰਾਜਾ ਕਰੇਗਾ ਸ਼ਿਵਨਾਥ, ਬਾਅਦ ਵਿੱਚ ਆਪ ਦਰਸ਼ਨ ਕਰਨ ਆਵੇਗਾ। ਇਹ ਸਾਰਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਰਹਿੰਦਾ ਹੋਇਆ ਗੁਰੂ ਕਿਰਪਾ ਦੁਆਰਾ ਵਿਚਾਰ ਲਵਾਂਗੇ। ਅੱਜ ਦੀ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਕਿਰਪਾ ਕਰਨ, ਸਮੱਤ ਬਖਸ਼ਣ, ਸੇਵਾ ਅਤੇ ਸਿਮਰਨ ਦੀ ਦਾਤ ਦੇ ਨਾਲ ਨਿਵਾਜਣ। ਇਸੇ ਤਰ੍ਹਾਂ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਲੈਂਦੇ ਰਹਿਣ। ਆਓ ਸਮਾਪਤੀ ਦੀਆਂ ਤੁਕਾਂ ਨੂੰ ਇੱਕ ਵਾਰ ਫਿਰ ਰਿਪੀਟ ਕਰਕੇ ਪੜ੍ਹ ਕੇ ਫਿਰ ਆਪਾਂ ਅਰਦਾਸ ਵਿੱਚ ਹਾਜ਼ਰੀ ਲਵਾਈਏ ਜੀ। ਸੁੰਦਰ ਸ਼ਾਖਾ ਦਲ ਫਲ ਫੂਲਾ, ਸੋਹਤ ਭਾ ਸਭ ਮਨ ਅਨੁਕੂਲਾ।